मैं मनवीर कौर सोशल पोस्ट वेख रही सारी ऑडियंस का स्वागत करती ਹਾਂ। ਸੈਟਰਡੇ ਦਾ ਖਾਸ ਪ੍ਰੋਗਰਾਮ ਹੁੰਦਾ ਹੈ ਰਣਜੀਤ ਸਿੰਘ ਕੁੱਕੀ ਗਿੱਲ ਜੀ ਦੇ ਨਾਲ, ਆਪਾਂ ਜਿਹਦੇ ਵਿੱਚ ਕੁੱਕੀ ਜੀ ਦੇ ਵਿਚਾਰ ਅਬਾਊਟ ਪੰਜਾਬ, ਅਬਾਊਟ ਇੰਡੀਆ ਐਂਡ ਅਬਾਊਟ ਇੰਟਰਨੈਸ਼ਨਲ ਮੈਟਰਸ ਸੁਣਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ। ਸਾਡੀ ਆਡੀਅנס ਸਾਡੇ ਨਾਲ ਕੁਛ ਚੰਦ ਮਿੰਟ, ਕੁਛ ਪਲ ਸਾਡੇ ਨਾਲ ਬਤੀਤ ਕਰਦੀ ਆ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ। ਉਹਦੇ ਲਈ ਮੈਂ ਆਡੀਅנס ਦਾ ਵੀ ਧੰਨਵਾਦ ਕਰਦੀ ਹਾਂ ਔਰ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਦੁਬਾਰਾ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਕੀਤਾ ਜਾ ਰਿਹਾ, ਉਹਦੇ ਤੇ ਬਹਿਸ ਚਰਚਾ ਦੁਬਾਰਾ ਛਿੜਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਦਲ ਦੀ ਕਿਤੇ ਨਾ ਕਿਤੇ ਬੇਬਸੀ, ਇੱਕ ਚੁਰਾਹੇ ਤੇ ਖੜਾ ਹੋਇਆ ਅਕਾਲੀ ਦਲ ਨਜ਼ਰ ਆ ਰਿਹਾ। ਉਸ ਤੋਂ ਇਲਾਵਾ ਜਲੰਧਰ ਦੀਆਂ ਜਿਮਨੀ ਚੋਣਾਂ ਨੇ, ਕੌਮਾਂਤਰੀ ਪੱਧਰ ਤੇ ਰੈਸਲਰਸ ਦਾ ਪ੍ਰੋਟੈਸਟ ਚੱਲ ਰਿਹਾ ਔਰ ਨਾਲ ਹੀ ਵਿਦੇਸ਼ਾਂ ਦੇ ਵਿੱਚੋਂ ਜੋ ਪੰਜਾਬੀ ਡਾਇਸਪੋਰਾ ਨੂੰ ਲੈ ਕੇ, ਪੰਜਾਬੀ ਯੂਥ ਨੂੰ ਲੈ ਕੇ ਜਿਹੜੀਆਂ ਖਬਰਾਂ ਆ ਰਹੀਆਂ ਨੇ, ਉਹ ਖਬਰਾਂ ਸਹੀ ਨਹੀਂ ਲੱਗ ਰਹੀਆਂ ਹੈਗੀਆਂ। ਬੜੀ ਇੱਕ ਗਲਤ ਨਜ਼ਰੀਆ ਜਿਹੜਾ ਆ ਟੁਵਾਰਡਸ ਪੰਜਾਬੀ ਡਾਇਸਪੋਰਾ ਬਣਦਾ ਪਿਆ। ਸੋ ਉਹਦੇ ਤੇ ਗੱਲ ਕਰਨੀ ਬੇहद ਜ਼ਰੂਰੀ ਆ। ਸੋ ਮੈਂ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹੋਏ ਮੈਂ ਰਣਜੀਤ ਸਿੰਘ ਜੀ ਸਰ ਨੂੰ ਸ਼ਾਮਿਲ ਕਰਦੇ ਹੋਏ ਸਰ ਦਾ ਸਵਾਗਤ ਕਰਦੀ ਹਾਂ। ਸਰ ਤੁਹਾਡਾ ਮੋਸਟ ਵੈਲਕਮ ਜੀ। ਥੈਂਕ ਯੂ ਸੋ ਮਚ ਮਨਵੀਰ, ਗੁੱਡ ਟੂ ਬੀ ਵਿਦ ਯੂ। ਸਭ ਤੋਂ ਪਹਿਲਾ ਮਸਲਾ ਜੋ ਬੇहद ਜ਼ਰੂਰੀ ਹੈ, ਅੱਜ ਦਾ ਪ੍ਰੋਗਰਾਮ ਮੈਂ ਉੱਥੇ ਸ਼ੁਰੂ ਕਰਨਾ ਚਾਹਾਂਗੀ ਸਰ, ਕਿ ਵਿਦੇਸ਼ਾਂ ਤੋਂ ਖਬਰਾਂ ਸਹੀ ਨਹੀਂ ਆ ਰਹੀਆਂ। ਇੱਦਾਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਜਿਹਦੇ ਵਿੱਚ ਪੰਜਾਬੀ ਡਾਇਸਪੋਰਾ ਦੀ ਇੱਕ ਜਿਹੜੀ ਦਿੱਖ ਆ, ਇਮੇਜ ਆ, ਉਹ ਸਹੀ ਨਹੀਂ ਆ ਰਹੀ ਹੈਗੀ। ਗੱਡੀਆਂ ਦੇ ਚੋਰੀ ਕਰਨ ਵਾਲੇ ਗਰੋਹ ਬਣ ਚੁੱਕੇ ਨੇ ਵਿਦੇਸ਼ਾਂ ਦੇ ਵਿੱਚ, ਉਹਦੇ ਵਿੱਚ ਜ਼ਿਆਦਾਤਰ ਪੰਜਾਬੀ ਮੁੰਡੇ ਨੇ। ਹੋਰ ਵੀ ਬਹੁਤ ਖਬਰਾਂ ਗੈਂਗਸਟਰਬਾਜੀ ਦੇ ਨਾਲ ਜੁੜੀਆਂ। ਆਪਰੇਸ਼ਨ ਬ੍ਰੋਕਨ ਸਵਾਰਡ ਕੀਤਾ ਅਮਰੀਕਾ ਦੇ ਵਿੱਚ, ਉੱਥੇ ਪੁਲਿਸ ਨੇ ਕਿਹਾ ਵੀ ਪਤਾ ਨਹੀਂ ਕੀ ਕੁਛ ਪਲਾਨਿੰਗਾਂ ਕਰਦੇ ਪਏ ਸੀ ਇੰਡੀਆ ਤੋਂ ਪੰਜਾਬੋਂ ਆਏ ਹੋਏ ਮੁੰਡੇ। ਇੰਡੀਆ ਦੇ ਵਿੱਚ ਵੀ ਗੈਂਗਸਟਰਵਾਦ ਦੇ ਨਾਲ ਜੋੜ ਕੇ ਪੰਜਾਬੀ ਮੁੰਡਿਆਂ ਦੀ ਇਮੇਜ ਆ। ਇਹ ਸਾਰਾ ਜਿਹੜਾ ਪ੍ਰਭਾਵ ਹੈ, ਇਹ ਜਿਹੜੀ ਦਿੱਖ ਆ, ਇਹ ਕਿਉਂ ਆ ਰਹੀ ਆ? ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਇਹਦੇ ਪਿਛਲੇ ਕਾਰਨ ਕੀ ਨੇ? ਇਹ ਜਿਹੜੀ ਲਗਾਤਾਰ ਵੈਸਟਰਨ ਵਰਲਡ ਦੇ ਵਿੱਚ, ਖਾਸ ਕਰਕੇ ਕੈਨੇਡਾ ਐਂਡ ਨਾਓ ਅਮਰੀਕਾ ਦੇ ਵਿੱਚ ਵੀ ਲਗਾਤਾਰ ਕਿਲਿੰਗਸ ਹੋ ਰਹੀਆਂ ਨੇ ਆਪਣੇ ਹੀ ਸਿੱਖ ਭਾਈਚਾਰੇ ਦੇ ਅੰਦਰ। ਹੁਣੇ ਜੇ ਅਮਰੀਕਾ ਦੇ ਵਿੱਚ ਪੋਰਟਲੈਂਡ 'ਚ ਦੋ ਸਕੇ ਭਰਾਵਾਂ ਨੂੰ ਉਹਨਾਂ ਦੇ ਬਿਜ਼ਨਸ ਪਾਰਟਨਰ ਨੇ ਕੁਛ ਬਿਜ਼ਨਸ ਵਿਵਾਦ ਕਰਕੇ ਗੋਲੀਆਂ ਮਾਰਤੀਆਂ। ਉਹਨਾਂ ਨੂੰ ਹਜੇ ਥੋੜ੍ਹਾ ਚਿਰ ਹੀ ਹੋਇਆ ਸੀ ਅਮਰੀਕਾ ਗਿਆ ਨੂੰ। ਇੱਕ ਤਾਂ ਜਿਹੜੇ ਬਾਹਰ ਜਾਂਦੇ ਇਹਨਾਂ ਨੂੰ ਦੌੜ ਆ, ਤੇ ਜਿਹੜੇ ਪੁਰਾਣੇ ਉੱਥੋਂ ਦੇ ਵਸਨੀਕ ਨੇ ਸਿੱਖ ਭਾਈਚਾਰੇ ਦੇ, ਉਹਨਾਂ ਨੇ ਬੜੀ ਮਿਹਨਤ ਨਾਲ ਲੰਬਰ ਫੈਕਟਰੀਆਂ 'ਚ ਕੰਮ ਕਰਕੇ, ਲੱਕ ਤੋੜਵੀਂ ਮਿਹਨਤ ਕਰਕੇ ਆਪਣੇ ਘਰ, ਆਪਣੀਆਂ ਜਨਰੇਸ਼ਨਸ ਨੂੰ ਅੱਜ ਇਸ ਕਾਬਲ ਬਣਾਇਆ ਕਿ ਉਹ ਇੱਕ ਆਮ ਸ਼ਹਿਰੀ ਨਾਲੋਂ ਵੀ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਆ। ਤੇ ਉਹਨਾਂ ਨੇ ਆਪਣਾ ਕਮਿਊਨਿਟੀ ਦੇ ਵਿੱਚ ਵੀ ਇੱਕ ਖਾਸ ਰਿਸਪੈਕਟ ਕ੍ਰੀਏਟ ਕੀਤੀ ਆ ਫॉर ਸਿੱਖਸ। ਪਰ ਜਿਹੜਾ ਹੁਣ ਵਰਤਾਰਾ ਉੱਥੇ ਚੱਲ ਰਿਹਾ ਲੇਟਲੀ, ਪਿਛਲੇ ਕੁਝ ਸਾਲਾਂ ਤੋਂ, ਇਹ ਵਰਤਾਰਾ ਵੈਂਕੂਵਰ ਤੋਂ ਸ਼ੁਰੂ ਹੋਇਆ ਸੀ, ਜਦੋਂ ਜੱਗੀ ਜੌਲ ਦਾ 90s ਦੇ ਵਿੱਚ ਬੜਾ ਨਾਮ ਮਸ਼ਹੂਰ ਹੋਇਆ ਸੀ ਐਜ਼ ਏ ਗੈਂਗਸਟਰ। ਫਿਰ ਉਹਦੀ ਸਿਸਟਰ ਆਈ, ਉਸ ਤੋਂ ਬਾਅਦ ਇੱਕ ਲੜੀ ਚੱਲੀ ਆ। ਕਿਉਂਕਿ ਜਿਹੜਾ ਇਹਨਾਂ ਦਾ ਵਾਇਲੈਂਟ ਦਾ ਜੀਵਨ ਆ, ਬੜੀ ਸ਼ਾਰਟ ਲਾਈਫ ਸਪੈਨ ਹੈਗੀ ਆ। ਸਾਡਾ ਵੀ ਇੱਕ ਮਿੱਤਰ ਹੁੰਦਾ ਸੀ ਅਮਰ, ਉਹ ਵੀ ਕੰਸਟਰਕਸ਼ਨ ਦਾ ਕੰਮ ਕਰਦਾ ਸੀਗਾ, ਉਹ ਵੀ ਇਸੇ ਵਾਰਫੇਅਰ ਦਾ ਸ਼ਿਕਾਰ ਹੋਇਆ। ਹੋਰ ਵੀ ਅਨੇਕਾਂ ਬੰਦੇ ਹੋਏ, ਰਿਪੂ ਦਮਨ ਸਿੰਘ ਮਲਿਕ, ਇਸੇ ਤਰ੍ਹਾਂ ਇੱਕ ਅਖਬਾਰ ਦਾ ਐਡੀਟਰ ਸੀਗਾ ਤਾਰਾ ਸਿੰਘ ਹੀਰ। ਇਹ ਦੋ ਕਤਲਾਂ ਦਾ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਇਹਦੇ ਮਗਰ ਕੌਣ ਸੀਗੇ, ਕਤਲ ਕਿਹਨੇ ਕੀਤੇ ਆ ਤੇ ਕਿਹਨੇ ਕਰਵਾਏ ਹੈਗੇ ਆ। ਹੁਣ ਜਿਹੜੀ ਸਥਿਤੀ ਮਨਵੀਰ ਅੱਜ ਡਿਵੈਲਪ ਹੋ ਰਹੀ ਹੈ ਨਾ, ਹੁਣ ਪਿਛਲੇ ਹਫ਼ਤੇ 10 ਦਿਨਾਂ ਤੋਂ ਦੇਖ ਲਓ ਕਿ 25 ਮੋਸਟ ਵਾਂਟਡ ਦੀ ਲਿਸਟ ਜਾਰੀ ਕੀਤੀ ਸੀ ਕੈਨੇਡੀਅਨ ਪੁਲਿਸ ਨੇ। ਉਹਦੇ ਵਿੱਚੋਂ ਮੈਜੋਰਿਟੀ ਜਿਹੜੇ ਨੇ ਉਹ ਪੰਜਾਬੀ ਸਿੱਖ ਮੁੰਡੇ ਨੇ। ਉਹਦੇ ਵਿੱਚ ਜਿਹੜਾ ਗੋਲਡੀ ਬਰਾੜ ਆ, ਉਹਦਾ ਵੀ ਨਾਂ ਹੈਗਾ। ਤੇ ਉਹਨਾਂ ਤੇ $2.5 ਲੱਖ ਦੇ ਇਨਾਮ ਰੱਖਿਆ ਕਿ ਇੱਥੇ ਜਿੰਨੀਆਂ ਸਪੇਟ ਆਫ ਕਿਲਿੰਗਸ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਇਹ ਇਨਵੋਲਵਡ ਨੇ, ਮਤਲਬ ਕਿ ਸਸਪੈਕਟਡ ਨੇ ਬੰਦੇ। ਤੇ ਉੱਥੇ ਨੇਸ਼ਨ ਵਾਈਡ ਹੰਟ ਹੋ ਰਹੀ ਹੈ ਇਹਨਾਂ ਦੀ। ਇਸੇ ਤਰ੍ਹਾਂ ਲਗਾਤਾਰ ਵੈਂਕੂਵਰ ਵਿੱਚ ਕਿਲਿੰਗਸ ਹੋ ਰਹੀਆਂ ਨੇ। ਆਪਸ 'ਚ ਗੈਂਗਲੈਂਡ ਵਾਂਗੂ ਆਪਸ 'ਚ ਵਾਰ ਚੱਲ ਰਹੀ ਹੈ। ਡਰੱਗਸ ਦਾ ਕਲਚਰ ਜਿਹੜਾ ਹੈਗਾ ਪ੍ਰਫੁੱਲਤ ਹੋ ਰਿਹਾ ਹੈਗਾ। ਜਿਸ ਡਰੱਗ ਕਲਚਰ ਤੋਂ ਬਚਣ ਲਈ ਇੱਥੇ ਪੰਜਾਬ ਤੋਂ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚੇ ਬਾਹਰ ਘੱਲੇ ਆ ਕਿ ਉੱਥੇ ਸ਼ਾਇਦ ਸੇਫਟੀ ਦੇ ਨਾਲ, ਆਪਣਾ ਪ੍ਰਫੁੱਲਤਾ ਦੇ ਨਾਲ ਆਪਣਾ ਜੀਵਨ ਜਿਉ ਸਕਣਗੇ। ਪਰ ਦਿਸ਼ਾ ਇਹ ਆ ਕਿ ਲੋਕ
ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ, ਮਸਲ ਕੇ ਇਨਸਾਨੀਅਤ, ਇਨਸਾਨ ਕਿੱਧਰ ਜਾ ਰਿਹਾ ਸੀ। ਇੱਥੇ ਸਵਾਲ ਆਹ ਖੜਾ ਹੁੰਦਾ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਉਹਨਾਂ ਨੇ 17 ਕਿ 18 ਸਿੱਖ ਨੌਜਵਾਨ ਅਰੈਸਟ ਕੀਤੇ ਆ। ਉਹਨਾਂ ਤੇ ਵੀ ਇਹੀ ਐਕੁਜੀਸ਼ਨਸ ਨੇ ਕਿ ਉਹਨਾਂ ਨੇ ਕੁਝ ਗੁਰਦੁਆਰੇ ਨਾਲ ਸੰਬੰਧਿਤ ਵਾਇਲੈਂਸ ਤੇ ਬਾਕੀ ਜਿਹੜੀਆਂ ਆਪਸ 'ਚ ਉਹਨਾਂ ਦੀਆਂ ਇੰਟਰ ਵਾਰਫੇਅਰਸ ਨੇ ਉਹਦੇ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਤੇ ਉਹਨਾਂ ਕੋਲੇ ਬਹੁਤ ਵੱਡੀ ਮਾਤਰਾ 'ਚ ਡੈਡਲੀ ਵੈਪਨਸ ਰਿਕਵਰ ਹੋਏ ਆ। ਇੱਥੋਂ ਤੱਕ ਕਿ AR-15 ਵਰਗੀਆਂ ਰਾਈਫਲਸ ਵੀ ਉਹਨਾਂ ਕੋਲੋਂ ਰਿਕਵਰ ਹੋਈਆਂ ਨੇ। ਬੜੀ ਵੱਡੀ ਮਾਤਰਾ 'ਚ ਹਥਿਆਰ ਫੜੇ ਗਏ ਨੇ। ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹਦੇ ਨਾਲ ਸਿੱਖ ਕਮਿਊਨਿਟੀ ਦੀ ਜਿਹੜੀ ਇਮੇਜ ਆ, ਕਿਉਂਕਿ ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਆਪਣਾ ਇੱਕ ਖਾਸ ਅਕਸ਼ ਹੈਗਾ ਜਿਹੜਾ ਕਿ ਬਹੁਤ ਮਿਹਨਤ ਤੋਂ ਬਾਅਦ ਜਿਹੜੇ ਪੁਰਾਣੇ 1900 ਦੇ ਲੋਕ ਉੱਥੇ ਗਏ ਹੋਏ ਆ, ਉਹਨਾਂ ਨੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਉਹ ਅਕਸ਼ ਕਮਾਇਆ ਸੀਗਾ। ਤੇ ਈਵਨ ਕੈਨੇਡਾ ਵਿੱਚ ਤਾਂ ਸਾਡੇ ਤਕਰੀਬਨ 18 ਤੋਂ ਲੈ ਕੇ 23 ਤੱਕ ਵੀ ਸਾਡੇ ਮੈਂਬਰ ਪਾਰਲੀਮੈਂਟ ਰਹੇ ਆ। ਈਵਨ ਵੈਂਕੂਵਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਪ੍ਰੀਮੀਅਰ ਆ ਉਜਲ ਦਸਾਂਝ, ਉਹ ਵੀ ਪੰਜਾਬ ਰੀਜਨ ਦਾ ਸੀਗਾ। ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਕੈਨੇਡਾ ਦੇ ਵਿੱਚ ਸਾਡੇ ਕਾਫੀ ਬੰਦੇ ਰਹੇ ਨੇ। ਈਵਨ ਡਿਫੈਂਸ ਮਿਨਿਸਟਰ ਕੈਨੇਡਾ ਦਾ ਉਹ ਵੀ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਸੀਗਾ, ਜਿਹੜੇ ਕਿ ਪੁਰਾਣੇ ਉੱਥੇ ਗਏ ਹੋਏ ਨੇ। ਹੁਣ ਵੀ ਆਪਾਂ ਦੇਖ ਲਈਏ ਜਿਹੜੀ ਉੱਥੋਂ ਦੀ ਇੱਕ ਮੇਜਰ ਪਾਰਟੀ ਆ, ਪੋਲੀਟੀਕਲ ਪਾਰਟੀ ਕੈਨੇਡਾ ਦੀ NDP, ਉਹਦਾ ਵੀ ਜਿਹੜਾ ਹੈੱਡ ਹੈਗਾ ਜਗਮੀਤ ਸਿੰਘ, ਉਹ ਵੀ ਪੰਜਾਬ ਰੀਜਨ ਦਾ ਹੈਗਾ ਤੇ ਉਹ ਲੰਮੇ ਚਿਰ ਤੋਂ ਮੈਂਬਰ ਪਾਰਲੀਮੈਂਟ ਬਣਦਾ ਆ ਰਿਹਾ। ਇੱਕ ਬਾਹਰਲੇ ਮੁਲਕ 'ਚ ਜਾ ਕੇ ਆਪਣੀ ਵਿਲੱਖਣ ਪਛਾਣ ਬਣਾਉਣੀ ਤੇ ਦੂਜੇ ਪਾਸੇ ਆਪਾਂ ਉਹ ਕਦਮ ਦੇਖ ਰਹੇ ਹਾਂ ਜਿਹੜੇ ਇਨਸਾਨੀਅਤ ਨੂੰ ਮਿੱਧਦੇ ਤੁਰੇ ਜਾ ਰਹੇ ਨੇ। ਉਸ ਚੀਜ਼ ਦੇ ਵਿੱਚ ਇੱਕ ਭੈ ਭੀਤ ਹੈਗੀ ਆ ਸਿੱਖ ਕਮਿਊਨਿਟੀ ਦੇ ਵਿੱਚ। ਜਿਹੜੇ ਪੁਰਾਣੇ ਲੋਕ ਉੱਥੇ ਵਸੇ ਹੋਏ ਨੇ ਉਹ ਬਹੁਤ ਫਿਕਰਮੰਦ ਨੇ ਕਿ ਆਹ ਨਵਾਂ ਕਲਚਰ ਕਿੱਥੋਂ ਆ ਗਿਆ, ਜਦ ਕਿ ਇੱਕ ਸੱਭਿਅਕ ਸਮਾਜ ਵਿੱਚ ਸਿਵਲਾਈਜ਼ਡ ਵੇਸ ਚੱਕਣ ਦੀ ਬਜਾਏ ਉੱਥੋਂ ਦੀ ਖੁੱਲ੍ਹ ਦਾ ਦੁਰਵਰਤੋਂ ਹੋ ਰਹੀ ਆ। ਉਸ ਨਾਲ ਜਿਹੜੀਆਂ ਤਾਰਾਂ ਨੇ ਉਹ ਪੰਜਾਬ ਅੰਦਰ ਵੀ ਵਾਇਲੈਂਸ ਨਾਲ ਜੁੜੀਆਂ ਹੋਈਆਂ ਨੇ ਤੇ ਬਾਹਰੋਂ ਬੈਠਿਆਂ ਦਾ ਨਾਂ ਆ ਰਿਹਾ ਕਿ ਉਹ ਇੱਥੇ ਵਾਇਲੈਂਸ ਕ੍ਰੀਏਟ ਕਰ ਰਹੇ ਨੇ। ਹੁਣ ਦੇਖੋ ਆਸਟ੍ਰੇਲੀਆ 'ਚ ਪਿਛਲੇ 1-2 ਦਿਨਾਂ 'ਚ ਉੱਥੋਂ ਦੇ ਸਿਡਨੀ ਦੇ ਵਿੱਚ ਇੱਕ ਉਹਨਾਂ ਦਾ ਹਿੰਦੂ ਧਰਮ ਦਾ ਨਾਮੀ ਮੰਦਿਰ, ਉਹਦੀਆਂ ਕੰਧਾਂ ਕਾਲੀਆਂ ਕੀਤੀਆਂ ਗਈਆਂ ਨੇ ਤੇ ਉੱਥੇ ਇੱਕ ਨਿਸ਼ਾਨ ਸਾਹਿਬ ਛੱਡ ਕੇ ਆਏ ਨੇ। ਹੁਣ ਮੈਨੂੰ ਨਹੀਂ ਪਤਾ ਵੀ ਉਹ ਸਿੱਖ ਕਮਿਊਨਿਟੀ ਦੇ ਬੰਦੇ ਆ ਕਿ ਉਹਨਾਂ ਨੂੰ ਮਲਾਈਨ ਕਰਨ ਲਈ ਇਹ ਕੰਮ ਹੋ ਰਹੇ ਨੇ, ਪਰ ਜੋ ਵੀ ਹੋ ਰਿਹਾ ਇਹਦੇ ਨਾਲ ਜਿਹੜੀ ਸਿੱਖ ਇਮੇਜ ਆ ਵਰਲਡ ਵਾਈਡ ਉਹ ਟਾਰਨਿਸ਼ ਹੋ ਰਹੀ ਆ ਤੇ ਲੋਕਾਂ ਦੇ ਵਿੱਚ ਸਵਾਲ ਪੈਦਾ ਹੋ ਰਿਹਾ ਕਿ ਇਹ ਕਿਸ ਤਰ੍ਹਾਂ ਦੀ ਕਮਿਊਨਿਟੀ ਹੈਗੀ ਆ। ਕਿਉਂਕਿ ਵਾਇਲੈਂਸ ਦੇ ਨਾਲ ਜਿਹੜੀ ਬਰਤਾਂਤ ਸਾਹਮਣੇ ਆਉਂਦੇ ਆ ਉਹ ਕੋਈ ਤੁਹਾਡੇ ਪੋਜ਼ਿਟਿਵ ਨਹੀਂ ਹੁੰਦੇ, ਉਹਦੇ 'ਚ ਨੈਗੇਟਿਵਿਟੀ ਜੁੜੀ ਹੁੰਦੀ ਆ, ਹੋਪਲੈਸਨੈਸ ਜੁੜੀ ਹੁੰਦੀ ਆ, ਇਨਸਾਨੀਅਤ ਨੂੰ ਮਿੱਧਦੇ ਹੋਏ ਉਹ ਕਦਮ ਸਿੱਧ ਹੁੰਦੇ ਨੇ। ਇੱਕ ਵਾਰ ਗੱਲ ਕਰ ਰਹੀ ਸੀ ਮੈਂ ਕਿਸੇ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਥੋੜੀ ਰੋਜ਼ਗਾਰ ਦੀ ਸਮੱਸਿਆ ਹੈਗੀ ਆ ਜਿਹਦੇ ਕਰਕੇ ਕੰਮ ਸਹੀ ਨਹੀਂ ਮਿਲ ਰਿਹਾ ਹੈਗਾ ਨੌਜਵਾਨਾਂ ਨੂੰ, ਔਰ ਇਹ ਵੀ ਇੱਕ ਕਾਰਨ ਹੈ ਕਿ ਗਲਤ ਰਾਸਤਾ ਚੁਣਦੇ ਨੇ। ਤੁਹਾਨੂੰ ਲੱਗਦਾ ਐਵੇਂ ਹੈਗਾ? ਇਹ ਨਾ ਜਿਹੜਾ ਦੌੜ ਆ ਉੱਥੇ ਜਿਹੜੇ ਨਵੇਂ ਗਏ ਆ ਨਾ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਜਿਹੜੇ ਪੁਰਾਣੇ ਵਸੇ ਹੋਏ ਆ ਉਹਨਾਂ ਦੀਆਂ ਮੈਂਸ਼ਨਸ ਨੇ, ਵੱਡੇ ਉਹਨਾਂ ਦੇ ਕਾਰੋਬਾਰ ਨੇ। ਈਵਨ ਆਪਣਾ ਸਿੱਖ ਬੈਂਕ ਵੀ ਹੈਗਾ ਖਾਲਸਾ ਕ੍ਰੈਡਿਟ, ਕਈ ਆਪਣੇ ਸਕੂਲਸ ਵੀ ਹੈਗੇ ਨੇ ਖਾਲਸਾ ਸਕੂਲ ਵੈਂਕੂਵਰ ਦੇ ਵਿੱਚ। ਹਜੇ ਹੁਣ ਨਵੀਂ ਡਿਵੈਲਪ ਹੋ ਰਹੀ ਆ ਗਲੋਬਲ ਯੂਨੀਵਰਸਿਟੀ ਇਨ ਟੈਕਸਾਸ, ਉਹ ਪਹਿਲੀ ਸਿੱਖ ਯੂਨੀਵਰਸਿਟੀ ਹੋਊਗੀ ਜਿਹੜੀ USA ਦੇ ਵਿੱਚ ਐਸਟੈਬਲਿਸ਼ ਹੋਊਗੀ। ਇਸੇ ਤਰ੍ਹਾਂ ਉੱਥੋਂ ਦਾ ਰਹਿੰਦਾ ਡਾਇਸਪੋਰਾ ਇੱਕ ਅਲ ਜਜ਼ੀਰਾ ਦੀ ਟਰਮ ਤੇ ਇੱਕ ਆਪਣੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵੀ ਖੜੀ ਕਰਨ ਦੀ ਪ੍ਰਕਿਰਿਆ ਵਿੱਚ। ਇੱਕ ਪਾਸੇ ਤਾਂ ਇਹ ਪੋਜ਼ਿਟਿਵ ਕਦਮ ਚੱਲ ਰਹੇ ਨੇ ਤੇ ਇੱਕ ਦੂਜੇ ਪਾਸੇ ਇਹ ਕਿਸ ਤਰ੍ਹਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ ਰਹੇ ਸਨ। ਉਹੀ ਅੱਖਰ ਜਿਨ੍ਹਾਂ ਅੰਦਰ ਮੰਜ਼ਲਾਂ ਦਾ ਥੋਹ ਪਤਾ ਸੀ। ਦੂਜੇ ਪਾਸੇ ਇਸ ਤਰ੍ਹਾਂ ਦੇ ਮਤਲਬ ਕਿ ਕਦਮ ਚੱਲ ਰਹੇ ਆ ਜਿਹੜੇ ਸਾਡੇ ਆਪ ਦੇ ਇਨਸਾਨੀਅਤ ਦੇ ਅੱਖਰਾਂ ਨੂੰ ਮਿੱਧ ਰਹੇ ਨੇ। ਉਹਦੇ 'ਚ ਇੱਕ ਦੌੜ ਆ ਕਿ ਅਸੀਂ ਜਿੰਨਾ ਛੇਤੀ ਹੋ ਸਕਦਾ ਅਸੀਂ ਵੀ ਅਮੀਰ ਬਣੀਏ, ਚਾਹੇ ਉਹਦੇ ਲਈ ਉਹਨਾਂ ਨੂੰ ਕੋਈ ਵੀ ਜ਼ਰੀਆ ਅਪਣਾਉਣਾ ਪਏ। ਜਦੋਂ ਮੈਂ ਅਮਰੀਕਾ ਦੇ ਵਿੱਚ ਸੀਗਾ, ਮੈਂ ਲੰਮਾ ਚਿਰ ਉੱਥੇ ਜੇਲ੍ਹਾਂ 'ਚ ਰਿਹਾ, ਪਰ ਮੈਨੂੰ ਕਦੀ ਕੋਈ ਸਿੱਖ ਜਿਹੜਾ ਸੀਗਾ ਦਿੱਖ ਵਾਲਾ ਜੇਲ੍ਹ ਦੇ ਅੰਦਰ ਨਹੀਂ ਮਿਲਿਆ।
क्योंकि उत्थे कोई साडा क्राइम नाल संबंध ही नहीं सीगा। पर जे हुण आपां निगाह मारीए तां खास करके जिहड़ी गुरसिख इमेज वाले ने ਉਹਦੇ ਚੋਂ ਸੈਵਰਲ ਕਪਲਸ ਉਹ ਫੜੇ ਗਏ ਨੇ ਡਰੱਗ ਕੋਰੀਅਰ ਵਾਂਗ। ਬਹੁਤਾ ਟਰੱਕਿੰਗ ਬਿਜ਼ਨਸ ਜਿਹੜਾ ਹੈਗਾ ਉਹਨਾਂ ਦੀ ਖਾਸ ਤਲਾਸ਼ੀ ਹੁੰਦੀ ਆ, ਕਿਉਂਕਿ ਉਹ ਦਿੱਖ ਇੱਦਾਂ ਦੀ ਬਣ ਗਈ ਆ, ਜਦ ਕਿ ਪਹਿਲੇ ਕਦੀ ਵੀ ਅੰਡਰ ਸਸਪੀਸ਼ਨ ਨਹੀਂ ਸੀਗੀ ਸਿੱਖ ਆਇਡੈਂਟੀਟੀ। ਹੁਣ ਇੱਕ ਜ਼ਰੂਰ ਜਿਹੜੀਆਂ ਐਨਫੋਰਸਮੈਂਟ ਏਜੰਸੀਜ਼ ਨੇ ਉਹ ਇਹਨਾਂ ਤੇ ਖਾਸ ਨਿਗਾਹ ਰੱਖ ਰਹੀਆਂ ਨੇ, ਕਿਉਂਕਿ ਪਿਛਲੇ ਸਮੇਂ 'ਚ ਲਗਾਤਾਰ ਉੱਥੋਂ ਵਾਇਲੈਂਸ ਉੱਠ ਰਹੀ ਆ। ਉਸ ਵਾਇਲੈਂਸ ਦਾ ਪਰਛਾਵਾਂ ਸਾਡੇ ਪੰਜਾਬ ਤੇ ਵੀ ਪੈ ਰਿਹਾ ਹੈਗਾ। ਆਪਾਂ ਰੋਜ਼ ਦੇਖਦੇ ਹਾਂ ਕਿੰਨੇ ਹਥਿਆਰ ਫੜੇ ਜਾਂਦੇ ਨੇ ਪੰਜਾਬ 'ਚ, ਤੇ ਉਹਨਾਂ ਦੀ ਜਿਹੜੀ ਆਪਾਂ ਦੇਖਦੇ ਹਾਂ ਕਿ ਉਹਦਾ ਸਿਰਾ ਜਿਹੜਾ ਹੈਗਾ ਉਹ ਵੈਸਟਰਨ ਵਰਲਡ ਵਿੱਚੋਂ ਆ, ਜਿਹੜੇ ਸਪਲਾਈ ਕਰ ਰਹੇ ਆ। ਹੁਣੇ ਅੱਜ ਦੀ ਜੋ ਅਖਬਾਰਾਂ ਦੀ ਖਬਰ ਆ ਕਿ 10 ਪਿਸਟਲ ਫੜੇ ਗਏ ਨੇ, ਮੋਸਟ ਸਫਿਸਟੀਕੇਟਡ ਪਿਸਟਲਸ ਨੇ। ਇਹ ਜਿਹੜਾ ਅਸਲਾ ਇੱਥੇ ਪੁਸ਼ ਕੀਤਾ ਜਾ ਰਿਹਾ, ਕਾਹਦੇ ਲਈ ਕੀਤਾ ਜਾ ਰਿਹਾ? ਮਤਲਬ ਇਸ ਬਰਤਾਂਤ ਦੇ ਵਿੱਚ ਇਹ ਆਪਣੇ ਹੀ ਅੱਖਰ ਮਿਧ ਰਹੇ ਨੇ, ਆਪਣੀ ਹੀ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦਾ ਇਹ ਕਤਲ ਕਰ ਰਹੇ ਨੇ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਮੁੜ ਤਾਂ ਆਈਆਂ ਆਖਰ ਨੂੰ ਪੱਥਰ ਚੱਟ ਕੇ, ਪਰ ਉਹਨਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ। ਕਿਤੇ ਐ ਨਾ ਹੋਵੇ ਕਿ ਜਦ ਇੱਕ ਕਦਮ ਮੁੜਨ ਤਾਂ ਕਦਮ ਵੀ ਪੱਥਰ ਹੋ ਚੁੱਕੇ ਹੋ। ਕੁਕੀ ਜੀ, ਯੂਕੇ ਦੇ ਵਿੱਚ ਵੀ ਇੱਕ ਰਿਪੋਰਟ ਆਈ ਹੈ, ਇਸੇ ਦੇ ਨਾਲ ਜੁੜੀ ਹੋਈ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਕੀ ਇਮੇਜ, ਕੀ ਛਵੀ ਹੈ ਔਰ ਇਹਦੇ ਅਰਾਊਂਡ ਕਿਵੇਂ ਦੀ ਰਾਜਨੀਤੀ ਹੋ ਰਹੀ ਹੈ। ਯੂਕੇ ਦੇ ਵਿੱਚ ਜਿਹੜੀ ਬਲੂਮ ਰਿਵਿਊ ਰਿਪੋਰਟ ਹੈ ਉਹਦੇ ਵਿੱਚ ਪ੍ਰੋ ਖਾਲਿਸਤਾਨੀ ਧਿਰਾਂ ਦੇ ਲਈ ਕਾਫੀ ਇੱਕ ਸਖਤ ਢੰਗ ਦੇ ਨਾਲ ਇੱਕ ਓਪੀਨੀਅਨ ਦਿੱਤਾ ਗਿਆ ਹੈ, ਬਹੁਤ ਸਪਸ਼ਟਤਾ ਦੇ ਨਾਲ। ਕੀ ਤੁਹਾਨੂੰ ਮੌਕਾ ਮਿਲਿਆ ਉਹਨੂੰ ਪੜ੍ਹਨ ਦਾ, ਗੋ ਥਰੂ ਹੋਣ ਦਾ? ਨਹੀਂ ਤਾਂ ਆਪਾਂ ਉਹਨੂੰ ਅਗਲੇ ਪ੍ਰੋਗਰਾਮ ਲਈ ਰੱਖ ਲਾਂਗੇ ਸਰ। ਨਹੀਂ, ਮੈਂ ਕੋਲਿਨ ਬਲੂਮ ਦੀ ਰਿਪੋਰਟ ਪੜ੍ਹੀ ਹੈਗੀ ਆ, ਮੈਂ ਉਹਦੇ ਤੇ ਪਹਿਲੇ ਬੋਲਿਆ ਵੀ ਆ ਨੈਸ਼ਨਲ ਟੀਵੀ ਤੇ। ਉਹਨਾਂ ਨੇ ਕਾਫੀ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਉਹਨੂੰ, ਉਸ ਕਮੇਟੀ ਨੂੰ ਜਿਹੜੀ ਰਿਲੀਜੀਅਸ ਫਰੀਡਮ ਬਾਰੇ, ਉਹਨਾਂ ਨੂੰ ਇਹ ਡਿਊਟੀ ਦਿੱਤੀ ਸੀ ਵੀ ਤੁਸੀਂ ਇਹਦਾ ਸਰਵੇਖਣ ਕਰੋ ਕਿ ਅੰਦਰ ਜਿਹੜੀਆਂ ਕਮਿਊਨਿਟੀਜ਼ ਨੇ, ਚਾਹੇ ਸਿੱਖਸ ਨੇ, ਚਾਹੇ ਹਿੰਦੂਸ ਨੇ, ਚਾਹੇ ਮੁਸਲਿਮਸ ਨੇ, ਵੀ ਇਹਨਾਂ ਦੇ ਅੰਦਰ ਕਿਉਂ ਇੰਨੀ ਬੇਚੈਨੀ ਉੱਠ ਰਹੀ ਆ ਤੇ ਇਹਨਾਂ ਦੇ ਨਾਲ ਵਾਇਲੈਂਸ ਕਿਉਂ ਜੁੜ ਰਹੀ ਆ, ਜਿਹਦੇ ਨਾਲ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਵਿੱਚ ਇੰਟਰਨਲ ਡਿਵੀਜ਼ਨਸ ਬਹੁਤ ਵੱਧ ਰਹੀਆਂ ਨੇ। ਕਿਉਂਕਿ ਉਹਨਾਂ ਦੀ ਰਿਪੋਰਟ ਨੇ ਫਿਰ 2-3 ਸਾਲ ਦੀ ਸਟੱਡੀ ਤੋਂ ਬਾਅਦ ਜੋ ਫਾਈਂਡਿੰਗਸ ਉਹਨਾਂ ਨੇ ਗਵਰਨਮੈਂਟ ਆਫ ਯੂਨਾਈਟਿਡ ਕਿੰਗਡਮ ਨੂੰ ਸਬਮਿਟ ਕੀਤਾ ਪ੍ਰਾਈਮ ਮਿਨਿਸਟਰ ਆਫਿਸ ਨੂੰ, ਉਹਦੇ ਵਿੱਚ ਉਹਨਾਂ ਨੇ ਖਾਸ ਜ਼ਿਕਰ ਕੀਤਾ ਕਿ ਸਿੱਖ ਕਮਿਊਨਿਟੀ ਦੇ ਵਿੱਚ ਬੜਾ ਛੋਟਾ ਫ੍ਰਿੰਜ ਐਲੀਮੈਂਟ ਹੈਗਾ, ਜਿਹੜਾ ਕਿ ਉਹਦੇ ਵਿੱਚੋਂ ਵੀ ਇੱਕ ਹੋਰ ਛੋਟਾ ਐਲੀਮੈਂਟ ਆ ਜਿਹੜਾ ਕਿ ਫੰਡਾਮੈਂਟਲਿਸਟ ਦਿਖਦਾ ਹੈਗਾ। ਕਿਉਂਕਿ ਸਿੱਖ ਕੌਮ ਦੇ ਵਿੱਚ ਫੰਡਾਮੈਂਟਲਿਜ਼ਮ ਦਾ ਕੋਈ ਸਥਾਨ ਨਹੀਂ ਹੈਗਾ। ਉਹ ਜਿਹੜੇ ਵਰਤਾਰੇ ਸਾਹਮਣੇ ਰਿਪੋਰਟ ਨੇ ਰੱਖੇ ਆ, ਦੇ ਗੋ ਅਗੇਂਸਟ ਦਾ ਟੈਨਟਸ ਆਫ ਦਾ ਸਿੱਖਿਜ਼ਮ, ਕਿਉਂਕਿ ਸਿੱਖਿਜ਼ਮ ਇਜ਼ ਟੋਟਲੀ ਬੇਸਡ ਔਨ ਹਿਊਮਨਿਜ਼ਮ। ਇਹਦੇ ਵਿੱਚ ਕਦੀ ਵੀ ਜਿਹੜੀ ਤਲਵਾਰ ਆ ਉਹ ਕਦੀ ਬੇਲੋੜੀ ਹਿੰਸਾ ਲਈ ਨਹੀਂ ਵਰਤੀ ਗਈ। ਪਰ ਜਿਸ ਤਰ੍ਹਾਂ ਆਪਾਂ ਉੱਥੇ ਅੰਬੈਸੀਸ ਅੱਗੇ ਪ੍ਰੋਟੈਸਟ ਦੇਖੇ ਨੇ ਲੇਟਲੀ, ਤੇ ਹੋਰ ਜਿਹੜੇ ਉੱਥੇ ਵਰਤਾਰੇ ਚੱਲ ਰਹੇ ਨੇ, ਉਹਦੇ ਬਾਰੇ ਕੋਲਿਨ ਬਲੂਮ ਦੀ ਰਿਪੋਰਟ ਨੇ ਜ਼ਿਕਰ ਕੀਤਾ ਕਿ ਇਹ ਜਿਹੜਾ ਫ੍ਰਿੰਜ ਗਰੁੱਪ ਆ, ਇਹ ਆਪਣੇ ਵਾਇਲੈਂਟ ਐਟੀਟਿਊਡ ਦੇ ਨਾਲ ਜਿਹੜਾ ਉੱਥੋਂ ਦੇ ਸਿੱਖ ਡਾਇਸਪੋਰਾ ਦਾ ਜਿਹੜਾ ਹੈਗਾ ਨੈਰੇਟਿਵ, ਉਹਨੂੰ ਬਦਲਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ। ਤੇ ਧੱਕੇ ਨਾਲ, ਚਾਹੇ ਉਹ ਗੁਰਦੁਆਰਾ ਪੋਲਿਟਿਕਸ ਆ, ਚਾਹੇ ਸਿੱਖ ਪੋਲਿਟਿਕਸ ਆ, ਕਿਉਂਕਿ ਉੱਥੋਂ ਦੇ ਸਿੱਖ ਬੜੇ ਲੰਮੇ ਚਿਰ ਤੋਂ ਜੋ ਹਿਊਮਨ ਰਾਈਟਸ ਦੀਆਂ ਵਾਇਲੇਸ਼ਨ ਪੰਜਾਬ 'ਚ ਹੋਈਆਂ, ਜਿਹਦੇ ਨਾਲ ਸਿੱਖ ਟਾਰਗੇਟ ਹੋਇਆ, ਸਿੱਖ ਨੌਜਵਾਨੀ ਟਾਰਗੇਟ ਹੋਈ, ਉਹਦੇ ਬਾਰੇ ਉਹ ਬੜਾ ਇੱਕ ਯੋਜਨਾਬੰਦ ਤਰੀਕੇ ਨਾਲ ਪੀਸਫੁਲ ਮੈਨਰ 'ਚ ਉਹ ਆਪਣੇ ਇਸ਼ੂਸ ਉਠਾ ਰਹੇ ਸੀ ਤੇ ਗਵਰਨਮੈਂਟ ਅੱਗੇ ਵੀ ਰੱਖ ਰਹੇ ਸੀ। ਇਸੇ ਤਰ੍ਹਾਂ ਜਿਵੇਂ ਉੱਥੋਂ ਦਾ ਸਕਾਟਲੈਂਡ ਦਾ ਇੱਕ ਸਿੱਖ ਯੂਥ ਜੱਗੀ ਜੌਲ ਪਿਛਲੇ 7 ਸਾਲ ਤੋਂ ਉੱਪਰ ਸਮੇਂ ਤੋਂ ਇੱਥੇ ਸਾਡੀਆਂ ਜੇਲ੍ਹ 'ਚ ਬੰਦ ਆ, ਤੇ ਉਹਦੇ ਤੇ ਇੰਨੇ ਇਹਨਾਂ ਨੇ ਚਾਰਜਿਸ ਲਾਏ ਹੋਏ ਆ, 11 ਉਹਦੇ ਤੇ ਚਾਰਜਿਸ ਨੇ, ਉਹਦੇ ਤੇ ਕਤਲ ਦੇ ਵੀ ਚਾਰਜਿਸ ਲਾਏ ਆ। ਜਦ ਕਿ ਜਿਹੜੀਆਂ ਉੱਥੋਂ ਰਿਪੋਰਟਸ ਆ ਰਹੀਆਂ ਨੇ ਉਸ ਬਾਰੇ ਪਾਰਲੀਮੈਂਟ 'ਚ ਵੀ ਯੂਕੇ ਤੇ ਗੱਲ ਉੱਠੀ ਹੈਗੀ। ਉੱਥੋਂ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਇੰਡੀਅਨ ਕਾਊਂਟਰ ਪਾਰਟ ਦੇ ਨਾਲ ਉਸ ਬਾਰੇ ਜ਼ਿਕਰ ਕੀਤਾ ਸੀ ਤੇ ਮੰਗ ਕੀਤੀ ਸੀ ਵੀ ਇਹਨੂੰ ਰਿਹਾ ਕੀਤਾ ਜਾਵੇ, ਕਿਉਂਕਿ ਜੋ ਸਬੂਤ ਬਾਹਰ ਆ ਰਹੇ ਨੇ ਉਹ ਜਿਸ ਤਰ੍ਹਾਂ ਦੀ ਚਾਰਜ ਸ਼ੀਟ ਉਹਦੇ ਖਿਲਾਫ ਲਾਈ ਆ ਉਹਦੇ ਨਾਲ ਉਹ ਮੈਚ ਨਹੀਂ ਕਰਦੇ।
ਪਰ ਉਸ ਦੇ ਬਾਵਜੂਦ ਵੀ ਉਹਦਾ ਟ੍ਰਾਇਲ ਲੰਮੇ ਚਿਰ ਤੋਂ ਚੱਲ ਰਿਹਾ ਹੈਗਾ, ਕੋਈ ਕਨਕਲੂਜਨ ਤੇ ਨਹੀਂ ਪਹੁੰਚਿਆ। ਆਈ ਥਿੰਕ ਹੀ ਸਟਿਲ ਇਨ ਤਿਹਾੜ ਜੇਲ੍ਹ। ਇਸ ਤਰ੍ਹਾਂ ਜਿਹੜੇ ਹੈਗੇ ਆ ਉੱਥੇ ਜਿਹੜੀ ਪੀਸਫੁਲ ਮੈਨਰ ਨਾਲ ਸਿੱਖ ਇਸ਼ੂਜ਼ ਨੂੰ ਉਠਾਇਆ ਜਾਂਦਾ ਸੀ, ਉਹਨੂੰ ਹੁਣ ਇੱਕ ਵਾਇਲੈਂਟ ਨੈਰੇਟਿਵ ਦੇ ਰਾਹੀਂ ਇੱਕ ਨਵੀਂ ਸ਼ੇਪ ਦਿੱਤੀ ਗਈ ਹੈ, ਜਿਹਦੇ ਬਾਰੇ ਕੋਲਿਨ ਬਲੂਮ ਨੇ ਬੜਾ ਜ਼ਿਕਰ ਕੀਤਾ। ਇਹ ਜਿਹੜਾ ਵਰਤਾਰਾ ਹੈਗਾ, ਦਿਸ ਇਜ਼ ਅਗੇਂਸਟ ਦਾ ਟੈਨਟਸ ਆਫ ਸਿੱਖਿਜ਼ਮ, ਕਿਉਂਕਿ ਜਿਹੜੇ ਉੱਥੋਂ ਦੇ ਸਿਆਣੇ ਸਿੱਖ ਨੇ, ਪੁਰਾਣੇ ਉੱਥੋਂ ਦੇ ਵਸਨੀਕ ਨੇ, ਉਹ ਵੀ ਇਸ ਤੋਂ ਬੜੇ ਫਿਕਰਮੰਦ ਨੇ, ਪਰ ਭੈ ਭੀਤ ਵੀ ਨੇ, ਕਿਉਂਕਿ ਉਹਨਾਂ ਨੂੰ ਡਰ ਆ ਕਿ ਕਿਤੇ ਅਸੀਂ ਉਸ ਵਾਇਲੈਂਸ ਦਾ ਨਿਸ਼ਾਨਾ ਨਾ ਬਣ ਜਾਈਏ। ਇਸ ਰਿਪੋਰਟ ਦੇ ਵਿੱਚ ਕਾਫੀ ਤਾਰੀਫ ਵੀ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਦੀ ਭੂਮਿਕਾ ਕਮਿਊਨਿਟੀ ਪੱਧਰ ਤੇ ਸਿੱਖ ਕਮਿਊਨਿਟੀ ਨੇ ਨਿਭਾਈ ਹੈ ਡਿਊਰਿੰਗ ਕੋਵਿਡ ਐਜ਼ ਵੈਲ ਸਰ। ਉਹਦੇ 'ਚ ਇਹ ਜ਼ਿਕਰ ਆਇਆ ਹੈਗਾ ਵੀ ਜਿਹੜੀ ਸਿੱਖਿਜ਼ਮ ਦੀ ਜਿਹੜੀ ਫਿਲਾਸਫੀ ਹੈ ਨਾ, ਇਹ ਬੜੀ ਪ੍ਰਭਾਵਿਤ ਕਰਨ ਵਾਲੀ ਹੈਗੀ ਆ, ਪਰ ਉਸ ਦੇ ਉਲਟ ਜਿਹੜਾ ਹੁਣ ਵਰਤਾਂਤ ਚੱਲ ਰਿਹਾ ਨਾ, ਉਹਦੇ ਵਿੱਚੋਂ ਚੰਦ ਲਾਈਨਾਂ ਸਰਜੀਤ ਪਾਤਰ ਦੀਆਂ ਮੈਨੂੰ ਯਾਦ ਆਉਂਦੀਆਂ ਨੇ ਕਿ ਹੁੰਦਾ ਸੀ ਇੱਥੇ ਸ਼ਖਸ ਇੱਕ ਸੱਚਾ, ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ ਚੋਂ ਸ਼ੀਸ਼ਾ ਕਿੱਧਰ ਗਿਆ। ਆਹ ਸਵਾਲ ਉੱਠ ਰਿਹਾ ਕਿ ਪੱਥਰਾਂ ਦੇ ਸ਼ਹਿਰ ਚੋਂ ਜਿਹੜਾ ਸਾਡਾ ਸ਼ੀਸ਼ਾ, ਸਾਡਾ ਮਿਆਰ ਹੁੰਦਾ ਸੀ, ਉਹ ਕਿੱਥੇ ਖੁਰ ਗਿਆ। ਕਿਉਂਕਿ ਹੁਣ ਜਿਹੜੀ ਇਮੇਜ ਆ ਰਹੀ, ਉਹ ਸਾਡੀ ਵਾਇਲੈਂਟ ਇਮੇਜ ਅੱਗੇ ਆ ਰਹੀ ਆ, ਜਿਹੜੀ ਕਿ ਟੋਟਲੀ ਅਗੇਂਸਟ ਦਾ ਟੈਨਟਸ ਆਫ ਸਿੱਖਿਜ਼ਮ। ਅਸੀਂ ਕਦੀ ਵੀ ਵਾਇਲੈਂਸ ਉਸ ਤਰ੍ਹਾਂ ਦੀ ਅਪਣਾਉਂਦੇ ਨਹੀਂ। ਜੇ ਪੰਜਾਬ 'ਚ ਵਾਇਲੈਂਸ ਹੋਈ ਲੰਮਾ ਚਿਰ, ਤਾਂ ਉਹ ਮੋਸਟਲੀ ਡਿਫੈਂਸਿਵ ਮਈਅਸ ਲਈ ਹੋਈ ਆ, ਨਾ ਕਿ ਕਦੀ ਅਗਰੈਸ਼ਨ ਦੇ ਲਈ ਯੂਜ਼ ਹੋਈ ਆ। ਪਰ ਜਿਹੜਾ ਉੱਥੇ ਹੁਣ ਵਰਤਾਰਾ ਚੱਲ ਰਿਹਾ ਸਿੱਖ ਨੈਰੇਟਿਵ ਨੂੰ ਕੰਟਰੋਲ ਕਰਨ ਲਈ, ਉਹ ਫਰਿੰਜ ਐਲੀਮੈਂਟ ਵੱਲੋਂ ਧੱਕੇ ਨਾਲ, ਵਾਇਲੈਂਸ ਮੀਨਸ ਦੇ ਨਾਲ ਆਪਣੇ ਵੱਲੋਂ ਇੱਕ ਦਬਦਬਾ ਬਣਾਇਆ ਜਾ ਰਿਹਾ। ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ, ਪੰਜਾਬ ਤੇ ਹਰਿਆਣਾ ਨੂੰ ਜੋ ਪਾਣੀ ਜਾਂਦੇ ਨੇ, ਉਹਦੇ ਵਿੱਚ ਇੱਕ ਨਵੀਂ ਗੱਲ ਕੁਕੀ ਜੀ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ ਹਰਿਆਣਾ ਜਿਹੜਾ ਹੈ ਉਹ ਸਿੱਧਾ ਹੀ ਹਿਮਾਚਲ ਤੋਂ ਪਾਣੀ ਲੈ ਲਏ, ਪੰਜਾਬ ਨੂੰ ਵਿੱਚੋਂ ਬਾਈਪਾਸ ਹੀ ਕਰ ਦਿੱਤਾ ਜਾਵੇ ਔਰ ਸਿੱਧਾ ਪਾਖੜਾ ਤੋਂ ਇੱਕ ਨਹਿਰ ਕੱਢ ਲਈ ਜਾਵੇ। ਇੱਦਾਂ ਦੇ ਚਰਚੇ ਚੱਲਦੇ ਪਏ ਨੇ। 2024 ਦੇ ਵਿੱਚ ਇਲੈਕਸ਼ਨਸ ਨੇ ਲੋਕ ਸਭਾ ਦੀਆਂ, ਹਰਿਆਣਾ ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ, ਐਂਡ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਨਵੀਂ ਸੱਤਾਧਾਰੀ ਧਿਰ ਹੈ ਜਿਹੜੀ ਕਿਤੇ ਨਾ ਕਿਤੇ ਕੇਂਦਰ ਨੂੰ ਚੈਲੰਜ ਵੀ ਹੈਗੀ ਹੈ। ਪੰਜਾਬ ਦਾ ਮਾਹੌਲ ਤੁਸੀਂ ਖੁਦ ਦੇਖਿਆ ਹੈ ਕਿ ਪਿਛਲੇ 8-9 ਮਹੀਨਿਆਂ ਤੋਂ ਕਿਵੇਂ ਬੜਾ ਗਰਮ ਮਾਹੌਲ ਬਣਾ ਦਿੱਤਾ ਗਿਆ, ਔਰ ਹੁਣ ਦੁਬਾਰਾ ਤੋਂ ਪਾਣੀਆਂ ਦੇ ਮਸਲੇ ਤੇ ਫਿਰ ਇੱਕ ਐਦਾਂ ਦੀ ਆਪਸ਼ਨ ਕੱਢ ਕੇ ਲੈ ਆਂਦੀ ਗਈ ਹੈ ਜਿਹੜੀ ਫਿਰ ਬੇਚੈਨੀ ਪੈਦਾ ਕਰਦੀ ਹੈ ਪੰਜਾਬੀਆਂ 'ਚ। ਕਿਵੇਂ ਵੇਖਦੇ ਹੋ ਜੀ ਤੁਸੀਂ? ਇਹ ਨਾ ਬੜਾ ਸੀਰੀਅਸ ਇਸ਼ੂ ਹੈਗਾ ਜਿਹੜਾ ਕਿ ਹੁਣ ਸਾਹਮਣੇ ਆਇਆ ਆਲਮੋਸਟ ਮਤਲਬ ਕਿ 10 ਡੇਜ਼ ਤੋਂ ਬਾਅਦ, ਕਿ ਕਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਬਿਟਵੀਨ ਹਰਿਆਣਾ ਐਂਡ ਹਿਮਾਚਲ ਪ੍ਰਦੇਸ਼ ਦੀਆਂ ਗਵਰਨਮੈਂਟਸ ਦੇ ਵਿੱਚ। April 22 ਨੂੰ ਹਰਿਆਣਾ ਚੀਫ ਮਿਨਿਸਟਰ ਦੀ ਹਿਮਾਚਲ ਚੀਫ ਮਿਨਿਸਟਰ ਨਾਲ ਮੀਟਿੰਗ ਹੋਈ ਆ। ਉਸ ਮੀਟਿੰਗ ਦਾ ਮੁੱਖ ਮੁੱਦਾ ਸੀਗਾ ਜਿਹਦੇ ਤੋਂ ਪੰਜਾਬ ਦੀ ਪੋਲਿਟਿਕਸ, ਪੰਜਾਬ ਦੀ ਗਵਰਨਮੈਂਟ ਟੋਟਲੀ ਇਗਨੋਰੈਂਟ ਹੈਗੀ ਆ, ਕਿਉਂਕਿ ਮੈਂ ਇਹਨਾਂ ਬਾਰੇ ਕੋਈ ਵੀ ਉਸ ਬਾਰੇ ਕੋਈ ਸੁਣਿਆ ਨਹੀਂਗਾ ਬਿਆਨ ਕਿ ਉਸ ਬਾਰੇ ਚਿੰਤਤ ਹੈਗੇ ਆ ਜਾਂ ਨਹੀਂ। ਇਨਫੈਕਟ ਕੋਈ ਇਸ਼ੂ ਹੀ ਨਹੀਂ ਕਦੀ ਆਇਆ ਇੰਨੇ ਦਿਨਾਂ ਦੇ ਵਿੱਚ। ਜਿਹੜੀ ਉਹਨਾਂ ਦੀ ਮੀਟਿੰਗ ਹੋਈ ਹੈ April 22 ਨੂੰ, ਉਹਦੇ ਵਿੱਚ ਉਹਨਾਂ ਦਾ ਐਗਰੀਮੈਂਟ ਹੋਇਆ ਕਿ ਹਰਿਆਣਾ ਗਵਰਨਮੈਂਟ ਸਤਲੁਜ ਤੋਂ ਭਾਖੜਾ ਡੈਮ ਤੋਂ ਪਹਿਲੇ, ਕਿਉਂਕਿ ਭਾਖੜਾ ਡੈਮ ਭਾਖੜਾ ਪਿੰਡ ਹਿਮਾਚਲ ਦੇ ਵਿੱਚ ਬਣਿਆ ਹੋਇਆ, ਜਿਹੜਾ ਕਿ ਪੰਜਾਬ ਦੀ ਮਲਕੀਅਤ ਆ, ਉਦੋਂ ਤੋਂ ਪਹਿਲੇ ਜਿਹੜਾ ਗੋਬਿੰਦ ਸਾਗਰ ਡੈਮ ਆ, ਉਹਦੇ ਤੋਂ ਪਹਿਲੇ ਸਤਲੁਜ ਦਰਿਆ ਤੋਂ ਸਿੱਧੀ ਨਹਿਰ ਕੱਢਣ ਲਈ ਯੋਜਨਾ ਬਣਾਈ ਗਈ ਹੈਗੀ ਆ। ਉਹਦੇ ਤੇ 4200 ਕਰੋੜ ਖਰਚ ਆਉਣਾ ਹੈਗਾ। ਉਹ 67 ਕਿਲੋਮੀਟਰ ਲੰਮੀ ਇੱਕ ਨਹਿਰ ਕੱਢੀ ਜਾ ਰਹੀ ਆ, ਜਿਹੜੀ ਕਿ ਵਾਇਆ ਨਾਲਾਗੜ੍ਹ, ਪਿੰਜੌਰ, ਬਦੀ ਤੇ ਟਾਂਗਰੀ ਤੋਂ ਹੁੰਦੀ ਹੋਈ ਇਹਨਾਂ ਦਾ ਹੈੱਡ ਵਰਕ ਹੈਗਾ ਹੁਸ ਨਦੀ ਦੇ ਵਿੱਚ ਇੱਕ ਹੈੱਡ ਵਰਕ ਆ ਹਰਿਆਣੇ 'ਚ। ਉੱਥੇ ਉਹ ਨਹਿਰ ਲਿਆਂਦੀ ਜਾਊਗੀ। ਉਹ 67 ਕਿਲੋਮੀਟਰ ਲੰਮੀ ਨਹਿਰ ਹੋਊਗੀ। ਉਹਦੇ ਨਾਲ ਉਹ ਕਹਿੰਦੇ ਆ ਕਿ ਜਿਹੜਾ ਸਾਡਾ 3 ਲੱਖ ਹੈਕਟੇਅਰ ਜਿਹੜੀ ਬੰਜਰ ਜ਼ਮੀਨ ਆ ਹਰਿਆਣੇ 'ਚ, ਉਹਨੂੰ ਅਸੀਂ ਪਾਣੀ ਦੇਵਾਂਗੇ। ਤੇ ਇਸ ਲਈ ਉਹਨਾਂ ਨੂੰ ਇੱਥੋਂ ਦੀ ਡਿਪੈਂਡੈਂਸ ਨਹੀਂ ਰਹੂਗੀ ਕਿ ਸਤਲੁਜ ਜਮਨਾ ਲਿੰਕ ਨਾਲ ਬਣਦੀ ਆ ਜਾਂ ਨਹੀਂ ਬਣਦੀ। ਪਰ ਇਹਦੇ ਨਾਲ ਜਿਹੜਾ ਵੋਲੀਅਮ ਆ ਵਾਟਰ ਦਾ, ਜਿਹੜਾ ਗੋਬਿੰਦ ਸਾਗਰ ਡੈਮ ਵਿੱਚ ਆਉਣਾ ਭਾਖੜਾ ਦੇ ਵਿੱਚ,
ਉਹਦੇ ਵੋਲਿਊਮ ਦੇ ਵਿੱਚ ਬਹੁਤ ਕਮੀ ਆ ਜਾਣੀ ਆ। ਉਹਦੇ ਨਾਲ ਸਾਡੇ ਵਾਟਰ ਸੋਰਸਿਸ ਜਿਹੜੇ ਨੇ ਪੰਜਾਬ ਦੇ, ਜਿਹੜੇ ਕਿ ਪਹਿਲੇ ਹੀ ਬੁਰੀ ਤਰ੍ਹਾਂ ਸੁੱਕ ਰਹੇ ਨੇ, ਉਹਦੇ ਨਾਲ ਇੱਕ ਬਹੁਤ ਡੀਪ ਇੰਪੈਕਟ ਪੰਜਾਬ ਤੇ ਪੈਣ ਵਾਲਾ ਹੈਗਾ, ਜਿਸ ਤੋਂ ਪੰਜਾਬ ਦੀ ਗਵਰਨਮੈਂਟ ਟੋਟਲੀ ਇਗਨੋਰੈਂਟ ਹੈਗੀ ਆ। ਈਵਨ ਇੱਥੋਂ ਦੀ ਕਾਂਗਰਸ ਪਾਰਟੀ, ਜਿਨ੍ਹਾਂ ਦੀ ਹਮ ਪਾਰਟੀ ਦੀ ਹਿਮਾਚਲ ਵਿੱਚ ਸਰਕਾਰ ਆ, ਇਹਨਾਂ ਨੂੰ ਆਪਣੀ ਗਵਰਨਮੈਂਟ ਨਾਲ ਇਸ਼ੂ ਉਠਾਉਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਵਰਤਾਰੇ ਨਾਲ ਪੰਜਾਬ ਦੇ ਪਾਣੀਆਂ ਤੇ ਸਿੱਧਾ ਅਸਰ ਪਊਗਾ। ਇਹ ਸਤਲੁਜ ਜਮਨਾ ਲਿੰਕ ਨਾਲੋਂ ਵੀ ਜ਼ਿਆਦਾ ਘਾਤਕ ਹੋਊਗੀ, ਕਿਉਂਕਿ ਉਹਦੇ ਵਿੱਚ ਕਾਫੀ ਮਿਕਦਾਰ ਵਿੱਚ ਮਿਲੀਅਨਸ ਆਫ ਏਕੜ ਫੀਟ ਪਾਣੀ ਜਿਹੜਾ ਹੈਗਾ ਉਹ ਸਤਲੁਜ ਵਿੱਚੋਂ ਕੱਢਿਆ ਜਾਣਾ ਹੈਗਾ। ਤੇ ਅੱਗੇ ਹੀ ਸਤਲੁਜ ਦਾ ਜਿਹੜਾ ਫਲੋ ਆ, ਉਹਦੇ ਵਿੱਚ ਪਹਿਲਾਂ ਨਾਲੋਂ ਵੋਲਿਊਮ ਪਾਣੀ ਦਾ ਬਹੁਤ ਘਟ ਚੁੱਕਿਆ ਹੈਗਾ। ਇਸ ਚੀਜ਼ ਨਾਲ ਜਿਹੜਾ ਹੈਗਾ ਪੰਜਾਬ ਦੇ ਟੋਟਲ ਭਾਖੜਾ ਡੈਮ ਦੇ ਜਿਹੜੇ ਰੈਜ਼ਰਵਾਇਰਸ ਨੇ, ਉਹਨਾਂ ਨੂੰ ਵੀ ਭਰਨਾ ਬਹੁਤ ਔਖਾ ਹੋ ਜਾਊਗਾ। ਉਸ ਦਾ ਸਾਰਾ ਖਰਚ ਦੀ ਜ਼ਿੰਮੇਵਾਰੀ ਹਰਿਆਣਾ ਗਵਰਨਮੈਂਟ ਨੇ ਲਈ ਆ। ਹੁਣ ਇਹਨੂੰ ਫਾਈਨਲਾਈਜ਼ ਕਰਨ ਲਈ ਉਹਨਾਂ ਦੇ ਇਰੀਗੇਸ਼ਨ ਸੈਕਟਰੀਜ਼ ਦੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਨੈਕਸਟ ਮੀਟਿੰਗ ਹੋਣੀ ਆ ਆਉਣ ਵਾਲੇ ਦਿਨਾਂ 'ਚ। ਉਸ ਤੋਂ ਬਾਅਦ ਇਹਨੂੰ ਮਤਲਬ ਕਿ ਕੰਕਰੀਟ ਸ਼ੇਪ ਦਿੱਤੀ ਜਾਊਗੀ ਇਸ ਪ੍ਰੋਜੈਕਟ ਨੂੰ। ਮੈਨੂੰ ਇਹ ਵੀ ਲੱਗਦਾ ਕਿ ਇਸ ਪ੍ਰੋਜੈਕਟ ਦੇ ਪਿੱਛੇ ਯੂਨੀਅਨ ਗਵਰਨਮੈਂਟ ਦੀ ਜ਼ਰੂਰ ਸਹਿਮਤੀ ਹੋਊਗੀ, ਤਾਂ ਕਿ ਪੰਜਾਬ ਨੂੰ ਆਪਾਂ ਇੱਕ ਪਾਸੇ ਨਾਲ ਹੋਰ ਪਿੱਛੇ ਤੱਕ ਦਿੱਤਾ ਜਾਵੇ। ਕਿਉਂਕਿ ਇੱਥੇ ਜਿਹੜੀ ਲੀਡਰਸ਼ਿਪ ਹੈਗੀ ਆ, ਉਹ ਦਿੱਲੀ ਤੋਂ ਆ ਕੇ ਇੱਥੇ ਰਾਜ ਕਰ ਰਹੇ ਨੇ। ਜਿਸ ਤਰ੍ਹਾਂ ਆਪਣੇ ਉਦੋਂ ਇੱਥੇ ਆ ਰਹੀਆਂ ਨੇ ਵੀਡੀਓਸ ਆ ਰਹੀਆਂ ਨੇ ਕਿ ਇਹ ਗਵਰਨਮੈਂਟ ਤਾਂ ਕਿਸੇ ਹੋਰ ਕੰਮਾਂ ਦੇ ਵਿੱਚ ਹੀ ਉਲਝੀ ਹੋਈ ਆ। ਇਹਨਾਂ ਦੇ ਕੈਬਨਿਟ ਮਿਨਿਸਟਰ ਤੇ ਸੀਰੀਅਸ ਦੋਸ਼ ਲੱਗ ਰਹੇ ਨੇ ਮੋਰੈਲਿਟੀ ਦੇ। ਇਸੇ ਤਰ੍ਹਾਂ ਜਿਹੜਾ ਪੰਜਾਬ ਦਾ ਐਡਵੋਕੇਟ ਜਨਰਲ ਆ, ਉਹ ਵੀ ਮੋਰੈਲਿਟੀ ਦੇ ਇਸ਼ੂਸ ਦੇ ਵਿੱਚ ਘਿਰਿਆ ਹੋਇਆ, ਜਿਹਦੇ ਬਾਰੇ ਕੋਈ ਵੀ ਸਟੈਪਸ ਰੈਮੀਡੀਅਲ ਸਟੈਪ ਹੈਗਾ ਉਹ ਪੰਜਾਬ ਗਵਰਨਮੈਂਟ ਵੱਲੋਂ ਚੱਕਿਆ ਨਹੀਂ ਜਾ ਰਿਹਾ। ਤੇ ਜੇ ਇਹ ਜੋ ਫਾਰਮੂਲੇਸ਼ਨ ਹੋਈ ਆ April 22 ਨੂੰ ਜੇ ਹਕੀਕਤ ਬਣਦੀ ਆ, ਤਾਂ ਇਹਦੇ ਬਾਰੇ ਫਾਰਮਰਸ ਜਿਹੜੀਆਂ ਬੋਡੀਜ਼ ਨੇ ਪੰਜਾਬ ਦੀਆਂ, ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ। ਕਿਉਂਕਿ ਮੈਂ ਪੜ੍ਹ ਰਿਹਾ ਸੀ ਕਿ ਜਿਹੜੇ ਪੰਜਾਬ ਵਿੱਚ 11,000 ਪਲੱਸ ਵਾਟਰ ਸੋਰਸਿਸ ਨੇ, ਵਾਟਰ ਬੋਡੀਜ਼ ਨੇ, ਉਹਨਾਂ ਵਿੱਚੋਂ 52% ਜਿਹੜੀਆਂ ਬੋਡੀਜ਼ ਨੇ ਉਹ ਟੋਟਲੀ ਪਲਿਊਟ ਹੋ ਚੁੱਕੀਆਂ ਨੇ। ਉਹ ਕਿਸੇ ਨਾ ਤਾਂ ਪੀਣ ਯੋਗ ਨੇ ਤੇ ਨਾ ਖੇਤੀ ਲਈ ਉਹ ਹੈਗੀਆਂ ਨੇ ਕੋਈ ਉਪਜਾਊਪਣ ਲਈ ਵਰਤੀਆਂ ਜਾ ਸਕਦੀਆਂ। ਜਦੋਂ ਇਸ ਤਰ੍ਹਾਂ ਦੇ ਸਾਡੇ ਵਾਟਰ ਸੋਰਸਿਸ ਇੰਟਰਨਲ ਪੰਜਾਬ 'ਚ ਹੀ ਸੁੱਕ ਰਹੇ ਹੋਣ ਤੇ ਜਿੰਨੇ ਹੈਗੇ ਉਹ ਪਲਿਊਟ ਹੁੰਦੇ ਹੋਣ, ਤੇ ਉਸ ਤੋਂ ਉੱਤੋਂ ਦੀ ਇੱਕ ਸਤਲੁਜ 'ਚੋਂ ਪਹਿਲੇ ਜਿਹਦਾ ਫਲੋ ਕਾਫੀ ਘੱਟ ਆ ਹੁਣ ਓਵਰ ਦਾ ਈਅਰਸ, ਉਹਦੇ ਵਿੱਚੋਂ ਸਿੱਧੀ 67 ਕਿਲੋਮੀਟਰ ਦੀ ਨਹਿਰ ਕੱਢ ਕੇ ਹਰਿਆਣਾ ਲੈ ਜਾਊਗਾ, ਤਾਂ ਉਹਦੇ ਨਾਲ ਸਾਡਾ ਜਿਹੜਾ ਗੋਬਿੰਦ ਸਾਗਰ ਡੈਮ ਆ, ਹੋ ਸਕਦਾ ਕਿ ਉਹਦੇ 'ਚ ਵੀ ਇੰਨੇ ਮਕਦਾਰ 'ਚ ਪਾਣੀ ਇਕੱਠਾ ਨਾ ਹੋ ਸਕੇ ਕਿ ਅਸੀਂ ਭਾਖੜਾ ਡੈਮ ਨੂੰ ਚੱਲਦੇ ਰੱਖ ਸਕੀਏ। ਕਿਉਂਕਿ ਭਾਖੜਾ ਡੈਮ ਸਾਡਾ ਮੇਨ ਹਾਈਡਲ ਪਾਵਰ ਪ੍ਰੋਜੈਕਟ ਹੈਗਾ, ਜਿਹਦੇ ਤੋਂ ਬਿਜਲੀ ਦਿੱਲੀ ਤੱਕ ਜਾਂਦੀ ਆ। ਉਹਦੇ 'ਚੋਂ ਹੀ ਨਹਿਰਾਂ ਦਾ ਪਾਣੀ ਜਿਹੜਾ ਹੈਗਾ ਉਹ ਵੀ ਕਾਫੀ ਮਿਕਦਾਰ 'ਚ ਹਰਿਆਣੇ ਨੂੰ ਜਾ ਰਿਹਾ ਹੈਗਾ। ਵੈਸੇ ਵੀ ਪੰਜਾਬ ਦਾ ਜਿਹੜਾ 70% ਰਿਵਰ ਵਾਟਰ ਆ ਉਹ ਆਊਟ ਆਫ ਸਟੇਟ ਜਾ ਰਿਹਾ। ਪੰਜਾਬ ਸਿਰਫ 23 to 4% ਵਾਟਰ ਦੀ ਯੂਟਿਲਾਈਜੇਸ਼ਨ ਕਰ ਰਿਹਾ ਆਪਣੀ ਰਿਵਰਸ ਵਿੱਚੋਂ, ਕਿਉਂਕਿ ਇੱਥੇ ਜਿਹੜਾ ਫ੍ਰੀ ਵੀ ਕਲਚਰ ਚੱਲਿਆ, ਫ੍ਰੀ ਪਾਵਰ ਸਬਸਿਡੀ ਦਾ 1997 ਤੋਂ, ਉਹਦੇ ਨਾਲ ਸਾਡਾ ਗਰਾਊਂਡ ਵਾਟਰ ਜਿਹੜਾ ਹੈਗਾ ਟੋਟਲੀ ਡਿਪਲੀਟ ਹੋ ਰਿਹਾ ਹੈਗਾ। ਕਿਉਂਕਿ ਜਿਹੜੀ ਫਾਰਮਿੰਗ ਦੀ ਨਿਰਭਰਤਾ ਹੈਗੀ ਉਹ ਬਹੁਤ ਹੱਦ ਤੱਕ ਗਰਾਊਂਡ ਵਾਟਰ ਤੇ ਚਲੀ ਗਈ ਆ। ਜਿਹੜਾ ਕਨਾਲ ਸਿਸਟਮ ਪੰਜਾਬ ਵਿੱਚ ਬਹੁਤ ਫੁੱਲੀ ਡਿਵੈਲਪ ਸੀਗਾ ਜਦੋਂ ਦਾ ਬ੍ਰਿਟਿਸ਼ ਸਾਮਰਾਜ ਸੀਗਾ, ਉਹਦੇ ਵਿੱਚ ਬਹੁਤ ਕਮੀ ਆ ਚੁੱਕੀ ਆ। ਕਿਉਂਕਿ ਉਹਦੀ ਦੇਖ ਰੇਖ ਲਈ ਪਿਛਲੇ 56 ਸਾਲਾਂ ਤੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਜਿਹੜਾ ਉਹਦੇ ਲਈ ਫੰਡ ਆਇਆ ਸੈਂਟਰਲ ਗਵਰਨਮੈਂਟ ਤੋਂ, ਉਹਨੂੰ ਯੂਟਿਲਾਈਜ਼ ਨਹੀਂ ਕੀਤਾ, ਉਹ ਲੈਪਸ ਹੋ ਗਿਆ ਸਾਰਾ ਫੰਡ, ਜਿਹੜਾ ਕਿ ਹਜ਼ਾਰਾਂ ਕਰੋੜ ਰੁਪਇਆ ਸੀ। ਤੇ ਉਸ ਤੋਂ ਉੱਤੇ ਜਿਹੜੀ ਆਪਾਂ ਪਾਵਰ ਸਬਸਿਡੀ ਦੇ ਰਹੇ ਹਾਂ 1000 ਕਰੋੜ ਦੀ, ਉਹਦੇ ਨਾਲ ਆਪਾਂ ਆਉਣ ਵਾਲੇ 2037 ਤੱਕ ਜੇ ਇਹੀ ਸਥਿਤੀ ਚੱਲਦੀ ਰਹੀ ਤਾਂ ਪੰਜਾਬ ਇੱਕ ਰੇਗਿਸਤਾਨ ਬਣ ਜਾਊਗਾ। ਜੋ ਕਿ ਇਹ ਇਕੱਲੀਆਂ ਮੇਰੀਆਂ ਰਿਪੋਰਟਸ ਨਹੀਂ, ਇੰਟਰਨੈਸ਼ਨਲ ਰਿਪੋਰਟਸ ਨੇ, ਸੈਂਟਰਲ ਗਵਰਨਮੈਂਟ ਦੀਆਂ ਰਿਪੋਰਟਸ ਨੇ ਕਿ ਪੰਜਾਬ ਦਾ ਗਰਾਊਂਡ ਵਾਟਰ ਉਸ ਪੱਧਰ ਤੇ ਚਲਿਆ ਜਾਊਗਾ ਜੇ ਉਹ ਨਾ ਤਾਂ ਪੀਣ ਯੋਗ ਰਹੂਗਾ ਤੇ ਨਾ ਵਾਹੀ ਯੋਗ ਰਹੂਗਾ।
ਕਲਾਈਮੇਟ ਦਾ ਵੀ ਬਹੁਤ ਵੱਡਾ ਫਰਕ ਹੈ, ਜਿਹਦੇ ਨਾਲ ਪਾਣੀ ਦਾ ਪੱਧਰ ਹੋਰ ਥੱਲੇ ਗਿਆ ਔਰ ਪੰਜਾਬ ਨੂੰ ਆਪਣੀ ਲੋੜ ਹੈ ਪਾਣੀ ਦੀ। ਸੋ ਇਸ ਕਰਕੇ ਕਿਸੇ ਦੂਜੀ ਸਟੇਟ ਨੂੰ ਪਾਣੀ ਦੇਣ ਤੋਂ ਪਹਿਲਾਂ ਪੰਜਾਬ ਦੀ ਮੰਗ ਇਹੀ ਹਮੇਸ਼ਾ ਰਹੀ ਹੈ ਕਿ ਸਾਡੀ ਲੋੜ ਪਹਿਲਾਂ ਪੂਰੀ ਕੀਤੀ ਜਾਵੇ। ਔਰ ਨਾਲ ਹੀ ਸਰ ਡਾਇਵਰਸੀਫਿਕੇਸ਼ਨ ਦੀ ਗੱਲ ਬਾਰ-ਬਾਰ ਉੱਠਦੀ ਹੈ ਕਿ ਕਣਕ ਔਰ ਝੋਨੇ ਦਾ ਜਿਹੜਾ ਸਾਈਕਲ ਹੈ 'ਚੋਂ ਕੱਢਿਆ ਜਾਏਗਾ, ਪਰ ਉਹਦੀਆਂ ਵੀ ਕੋਈ ਵੀ ਸਕੀਮਾਂ, ਕੁਛ ਵੀ ਐਫਰਟ ਸਰਕਾਰ ਵੱਲੋਂ ਨਹੀਂ ਆਉਂਦੀਆਂ। ਖੈਰ ਆਪਾਂ ਅੱਗੇ ਵਧਦੇ ਹਾਂ ਸਰ। ਮੈਂ ਅਗਰ ਤੁਹਾਨੂੰ ਪੂਰੇ ਭਾਰਤ ਦੀ ਇਸ ਸਮੇਂ ਤਸਵੀਰ ਪੇਸ਼ ਕਰਾਂ ਤਾਂ ਕਰਨਾਟਕਾ ਦੀਆਂ ਇਲੈਕਸ਼ਨਸ ਨੇ, ਉੱਥੇ ਪੋਲੀਟੀਕਲ ਪਾਰਟੀਆਂ ਆਪਣੇ ਵਾਅਦਾਬਾਜ਼ੀ ਕਰਨ ਦੇ ਵਿੱਚ ਬਿਜ਼ੀ ਨੇ। ਮਨੀਪੁਰ ਦੇ ਵਿੱਚ ਵਾਇਲੈਂਸ ਹੋਈ ਆ, ਉਸ ਤੋਂ ਬਾਅਦ ਉੱਥੇ ਫੌਜ ਦਾ ਰਾਜ ਜਿਹੜਾ ਆ ਉਹ ਗੈਰੀਸਨ ਸਟੇਟ ਇਸ ਸਮੇਂ ਉਹਨੂੰ ਬਣਾ ਦਿੱਤਾ ਗਿਆ ਹੈ। ਜਲੰਧਰ ਦੇ ਵਿੱਚ ਵੀ ਤੁਸੀਂ ਗੱਲ ਕੀਤੀ ਕਿ ਇਲੈਕਸ਼ਨਸ ਨੇ, ਉਹਦੇ 'ਚ ਬਿਜ਼ੀ ਨੇ ਪਾਰਟੀਆਂ। ਭਲਵਾਨਾਂ ਦਾ ਧਰਨਾ ਚੱਲ ਰਿਹਾ, ਕੁੜੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਲਤ ਟੱਚ ਕੀਤਾ ਗਿਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ, ਔਰ ਉੱਦਾਂ ਦੇ ਹੀ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਵੀ ਚਰਚਾ ਦੇ ਵਿੱਚ ਲਗਾਤਾਰ ਬਣਿਆ ਹੋਇਆ। ਲੱਦਾਖ ਦੇ ਵਿੱਚ ਵੀ ਇੱਕ ਬਹੁਤ ਸ਼ਾਂਤੀ ਦੇ ਨਾਲ, ਬਹੁਤ ਪੀਸਫੁਲ ਢੰਗ ਦੇ ਨਾਲ ਆਵਾਜ਼ਾਂ ਆ ਰਹੀਆਂ ਨੇ ਕਿ ਸਾਨੂੰ ਸਾਡੀਆਂ ਮੰਗਾਂ ਲੱਦਾਖ ਦੀਆਂ ਪੂਰੀਆਂ ਕਰੋ, ਨਹੀਂ ਤਾਂ ਫਿਰ ਉਹ ਆਪਣਾ ਅਗਲਾ ਏਜੰਡਾ ਪੇਸ਼ ਕਰਨਗੇ। ਕਿਵੇਂ ਦੇਖਦੇ ਹੋ ਜੀ ਪੂਰੇ ਹਾਲਾਤਾਂ ਨੂੰ ਤੁਸੀਂ, ਖਾਸ ਤੌਰ ਤੇ ਲੱਦਾਖ ਦੀ ਗੱਲਬਾਤ ਨੂੰ? ਆਪਾਂ ਲੱਦਾਖ ਤੇ ਜਿਹੜਾ ਰੈਸਲਰਸ ਦਾ, ਵੂਮਨ ਰੈਸਲਰਸ ਦਾ ਪ੍ਰੋਟੈਸਟ ਚੱਲ ਰਿਹਾ ਜੰਤਰ ਮੰਤਰ ਤੇ, ਹੁਣ ਉਹ ਸੈਕੰਡ ਟਾਈਮ ਪ੍ਰੋਟੈਸਟ ਤੇ ਬੈਠੀਆਂ ਨੇ, ਜਿਹੜੀਆਂ ਕਿ ਇੰਟਰਨੈਸ਼ਨਲ ਫੇਮ ਦੀਆਂ ਰੈਸਲਰਸ ਨੇ, ਤੇ ਉਹਨਾਂ ਨੇ ਇੰਟਰਨੈਸ਼ਨਲ ਸਟੇਜ ਤੋਂ ਮੈਡਲਸ ਜਿੱਤੇ ਨੇ। ਉਹਨਾਂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ, ਈਵਨ ਹਰਿਆਣਾ ਸਟੇਟ ਦਾ ਨਾਂ ਉਹਨਾਂ ਨੇ ਬਹੁਤ ਉੱਚਾ ਕੀਤਾ ਹੈਗਾ। ਪਰ ਅੱਜ ਉਹਨਾਂ ਨੂੰ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ, ਕਿਉਂਕਿ ਉਹਦੇ ਵਿੱਚ ਉਹਨਾਂ ਦੇ ਮੋਰੈਲਿਟੀ ਦੇ ਇਸ਼ੂ ਉਹਨਾਂ ਨੇ ਉਠਾਏ ਨੇ ਕਿ ਜਿਹੜੀ ਸਾਡੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈਗਾ, ਜਿਹੜਾ 6 ਟਾਈਮ ਦਾ ਮੈਂਬਰ ਪਾਰਲੀਮੈਂਟ ਆ, ਬੜਾ ਪਾਵਰਫੁਲ ਯੂਪੀ ਤੋਂ ਰਾਜਪੂਤ ਲੀਡਰ ਹੈਗਾ, ਭਾਰਤੀ ਜਨਤਾ ਪਾਰਟੀ ਦਾ ਉਹ ਸਿਟਿੰਗ ਮੈਂਬਰ ਪਾਰਲੀਮੈਂਟ ਹੈਗਾ, ਉਹ ਲੰਮੇ ਚਿਰ ਤੋਂ ਇਸ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਆ। ਵੈਸੇ ਜਿੰਨੀਆਂ ਵੀ ਸਪੋਰਟਸ ਬਾਡੀ ਨੇ ਇੰਡੀਆ ਦੇ ਵਿੱਚ, ਉਹ ਤਕਰੀਬਨ ਸਾਰੀਆਂ ਹੀ ਪੋਲੀਟੀਕਲ ਲੀਡਰਸ਼ਿਪ ਦੇ ਅਧੀਨ ਨੇ। ਉਹਨਾਂ ਦੇ ਜਿਹੜੇ ਹੈਡਸ ਨੇ ਉਹ ਪੋਲੀਟੀਕਲੀ ਅਫੀਲੀਏਟਡ ਬੰਦੇ ਨੇ, ਤੇ ਸਾਰੀਆਂ ਹੀ ਮੇਲ ਪਰਸਨਸ ਦੇ ਕੋਲੇ ਨੇ। ਕੋਈ ਵੀ ਵੂਮਨ ਦੀ ਉਹ 'ਚ ਰੈਪਰਜੈਂਟੇਸ਼ਨ ਹੋਣੀ। ਹੁਣ ਠੀਕ ਆ ਕਿ PT ਊਸ਼ਾ ਜਿਹੜੀ ਕਿ ਨਾਮੀ ਐਥਲੀਟ ਆ, ਉਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਆ, ਪਰ ਉਹਨੇ ਵੀ ਜਿਹੜੀ ਜਿਸ ਤਰ੍ਹਾਂ ਦੀ ਸਪੋਰਟ ਆਪਣੀਆਂ ਕਾਊਂਟਰ ਪਾਰਟਸ ਨੂੰ ਦੇਣੀ ਚਾਹੀਦੀ ਸੀ, ਉਹਨੇ ਵੀ ਉਸ ਤੋਂ ਪਹਿਲਾਂ ਪੈਰ ਪਿੱਛੇ ਖਿੱਚੇ ਨੇ। ਇਸੇ ਤਰ੍ਹਾਂ ਜਿਹੜੀ ਮੈਰੀ ਕੌਮ ਆ ਮਣੀਪੁਰ ਦੀ, ਉਹਦੇ ਆਧਾਰ ਤੇ ਸਪੋਰਟਸ ਮਿਨਿਸਟਰੀ ਨੇ ਕਮੇਟੀ ਬਣਾਈ ਸੀ, ਉਹ ਵੀ ਕਿਸੇ ਕਨਕਲੂਜਨ ਤੇ ਨਹੀਂ ਪਹੁੰਚੀ, ਤੇ ਅਲਟੀਮੇਟਲੀ ਜਿਹੜੀ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ, ਤਾਂ ਜਾ ਕੇ ਕਿਤੇ FIR ਰਜਿਸਟਰਡ ਹੋਈ ਆ। ਤੇ ਉਹਦੇ ਵਿੱਚ ਉਹਨਾਂ ਨੇ ਹੁਣ ਲਿਖਤੀ ਕੰਪਲੇਂਟਸ ਰਜਿਸਟਰ ਕਰਵਾਈਆਂ ਨੇ ਰੈਸਲਰਸ ਨੇ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਡਿਊਰਿੰਗ ਦਾ ਕੈਂਪਸ ਤੇ ਟ੍ਰੇਨਿੰਗ ਦੇ ਦੌਰਾਨ ਕਿਸ ਤਰ੍ਹਾਂ ਸਾਡੀ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਈ ਆ, ਜਿਹੜੀ ਕਿ ਬਹੁਤ ਇੱਕ ਸ਼ਰਮਨਾਕ ਕਿਰਦਾਰ ਜੋ ਸਾਹਮਣੇ ਆਇਆ ਹੈਗਾ। ਪਰ ਉਸ ਤੋਂ ਵੀ ਜ਼ਿਆਦਾ ਬੈਫਲਿੰਗ ਗੱਲ ਆ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਕੰਪਲੀਟ ਸਾਇਲੈਂਸ ਰੱਖੀ ਆ। ਉਹਨਾਂ ਨੇ ਅੱਗੇ ਵੀ ਜਿਹੜੇ ਸੈਂਸਿਟਿਵ ਇਸ਼ੂਜ਼ ਇੰਡੀਆ 'ਚ ਉੱਠੇ ਨੇ, ਉਹਨਾਂ ਤੇ ਵੀ ਉਹ ਸਦਾ ਆਪਣੀ ਕੰਪਲੀਟ ਸਾਇਲੈਂਸ ਰੱਖਦੇ ਨੇ। ਆਪਾਂ ਕਰਨਾਟਕਾ 'ਚ ਦੇਖ ਰਹੇ ਹਾਂ ਕਿ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਜਰੰਗ ਬਲੀ ਦੇ ਨਾਅਰੇ ਲਾ ਰਿਹਾ ਆਪਣੀਆਂ ਰੈਲੀਜ਼ ਦੇ ਵਿੱਚ। ਕਿਸ ਤਰ੍ਹਾਂ ਆਪਣਾ ਇੱਕ ਰਿਲੀਜੀਅਸ ਫਰਵਰ ਨੂੰ ਯੂਜ਼ ਕੀਤਾ ਜਾ ਰਿਹਾ ਆਪਣੇ ਪੋਲੀਟੀਕਲ ਐਂਡਸ ਲਈ, ਆਪਣੇ ਪੋਲੀਟੀਕਲ ਗੇਨਸ ਲਈ। ਇਹ ਹੈਗੀ ਇੰਡੀਆ ਦੀ ਸਿਆਸਤ। ਇਸੇ ਤਰ੍ਹਾਂ ਲੱਦਾਖ ਦੇ ਵਿੱਚ ਜਦੋਂ ਦੀ ਬਾਈਫਰਕੇਸ਼ਨ ਹੋਈ ਆ, ਜਦੋਂ ਉਹਨਾਂ ਨੇ ਆਰਟੀਕਲ 370 ਰਿਵੋਕ ਕੀਤਾ 5 ਅਗਸਤ 2019 ਨੂੰ ਸੈਂਟਰਲ ਗਵਰਨਮੈਂਟ ਨੇ ਜੀ, ਉਦੋਂ ਉੱਥੇ 2 ਯੂਨੀਅਨ ਟੈਰੀਟਰੀਜ਼ ਬਣਾਈਆਂ ਗਈਆਂ। ਇੱਕ ਯੂਨੀਅਨ ਟੈਰੀਟਰੀ ਜੰਮੂ ਐਂਡ ਕਸ਼ਮੀਰ ਸੀ ਤੇ ਇੱਕ ਯੂਨੀਅਨ ਟੈਰੀਟਰੀ ਲੱਦਾਖ ਬਣਾਈ। ਉਹਦਾ ਪਹਿਲੇ ਜ਼ਰੂਰ ਉੱਥੋਂ ਦੇ ਲੋਕਾਂ ਨੇ ਸਵਾਗਤ ਕੀਤਾ, ਪਰ ਜਦੋਂ ਉਹਨਾਂ ਨੂੰ ਰਿਐਲਿਟੀ ਪਰਕੋਲੇਟ ਕੀਤੀ ਤਾਂ ਉਹ 2020 ਤੋਂ ਇਸ ਦਾ ਵਿਰੋਧ ਕਰ ਰਹੇ ਨੇ ਕਿ ਜਿਹੜੀਆਂ ਸਾਡੀਆਂ constitutional guarantee ਸੀਗੀ ਅੰਡਰ ਆਰਟੀਕਲ 244 ਆਫ ਦਾ ਕਨਸਟੀਟਿਊਸ਼ਨ, ਜਿਹੜਾ ਕਿ 6th schedule ਸੀਗਾ, ਜਿਹੜਾ ਕਿ ਉਹਨਾਂ ਦੇ ਕਲਚਰ, ਆਇਡੈਂਟਿਟੀ ਤੇ ਉਹਨਾਂ ਦੀ ਜੌਬਸ ਨੂੰ ਪ੍ਰੋਟੈਕਟ ਕਰਦਾ ਸੀਗਾ, ਉਹ ਉੱਥੇ ਲਾਗੂ ਨਹੀਂ ਹੋ ਰਿਹਾ। ਇੱਕ ਜਿਹੜੇ ਉੱਥੇ ਬਿਊਰੋਕ੍ਰੇਸੀ ਲਾਈ ਆ ਤੇ ਜਿਹੜੇ ਲੈਫਟੀਨੈਂਟ ਗਵਰਨਰ ਆ, ਉਹਨਾਂ ਨੇ
ਲਦਾਖ ਦੇ ਲੋਕਾਂ ਨਾਲ ਉਹਨਾਂ ਦੇ ਵਿਊਜ਼ ਮੈਚ ਨਹੀਂ ਕਰਦੇ। ਉਹ ਹਮੇਸ਼ਾ ਆਪਣੇ ਕਾਊਂਟਰ ਨੈਰੇਟਿਵ ਤੇ ਖੜੇ ਨੇ। ਉੱਥੋਂ ਦੇ ਜਿਹੜੇ ਇੱਕ ਨਾਮੀ এনवायरमेंटलिस्ट ਨੇ, ਮੈਗਾਸੇ ਅਵਾਰਡ ਵਿਨਰ ਹੈਗੇ ਆ, ਜਿਨ੍ਹਾਂ ਤੇ ਆਧਾਰਿਤ 3 ਇਡੀਅਟਸ ਬੜੀ ਨਾਮੀ ਹਿੰਦੀ ਮੂਵੀ ਵੀ ਬਣੀ ਸੀਗੀ, ਸੋਨਮ ਵਾਂਗਚੁਕ। ਉਹਨਾਂ ਨੂੰ ਮਤਲਬ ਕਿ ਇੱਕ ਕਲਾਈਮੇਟ ਚੇਂਜ ਦੇ ਐਕਟਿਵਿਸਟ ਵਜੋਂ ਵੀ ਜਾਣਿਆ ਜਾਂਦਾ, ਇੱਕ ਐਜੂਕੇਸ਼ਨਿਸਟ ਰਿਫਾਰਮਿਸਟ ਵਜੋਂ ਵੀ ਜਾਣਿਆ ਜਾਂਦਾ। ਉਹਨਾਂ ਨੇ ਫੈਬਰਰੀ ਦੇ ਵਿੱਚ 5 ਦਿਨ ਦੀ ਹੰਗਰ ਫਾਸਟ ਰੱਖਿਆ ਸੀਗਾ ਟੂ ਰੇਜ਼ ਦਾ ਡਿਮਾਂਡਸ ਆਫ ਦਾ ਲਦਾਖੀ ਪੀਪਲ। ਉਹਦੇ ਵਿੱਚ ਜਿਹੜੀਆਂ ਮੁੱਖ ਉਹਨਾਂ ਦੀਆਂ ਡਿਮਾਂਡਸ ਨੇ, ਇੱਕ ਤਾਂ ਉਹ ਪੂਰੀ ਆਪਣੀ ਸਟੇਟਹੁੱਡ ਵਾਪਸ ਮੰਗਦੇ ਨੇ ਕਿ ਸਾਨੂੰ ਲਦਾਖ ਨੂੰ ਪੂਰੀ ਸਟੇਟਹੁੱਡ ਮਿਲਣੀ ਚਾਹੀਦੀ ਹੈਗੀ ਆ। ਸੈਕੰਡ ਆ ਕਿ ਜਿਹੜੀਆਂ ਇੱਥੇ ਜੌਬਸ ਨੇ ਉਹ ਲੋਕਲ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ, ਤਾਂ ਕਿ ਸਾਡਾ ਜਿਹੜੀ ਆਇਡੈਂਟੀਟੀ ਆ, ਸਾਡਾ ਕਲਚਰ ਆ, ਸਾਡੇ ਇੱਥੋਂ ਦੇ ਜਿਹੜੇ এনवायरमेंटल ਇਸ਼ੂਜ਼ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ। ਕਿਉਂਕਿ ਮੋਸਟਲੀ ਲਦਾਖ ਦੇ ਵਿੱਚ ਹੀ ਗਲੇਸ਼ੀਅਰਸ ਨੇ। ਇਨਫੈਕਟ ਵਰਲਡ ਚੋਂ ਵੀ ਜ਼ਿਆਦਾ ਵੱਡੇ ਗਲੇਸ਼ੀਅਰਸ ਨੇ, ਜਿਨ੍ਹਾਂ ਕੋਲੇ ਸਾਰਿਆਂ ਨਾਲੋਂ ਵੱਡੀ ਵਾਟਰ ਸੋਰਸ ਹੈਗੀ ਆ, ਤੇ ਉਹਨਾਂ ਦੀ এনवायरमेंटल ਡੀਗ੍ਰੇਡੇਸ਼ਨ ਹੋ ਰਹੀ ਆ, ਜਿਹਦੇ ਬਾਰੇ ਲਗਾਤਾਰ ਸੋਨਮ ਵਾਂਗਚੁਕ ਆਵਾਜ਼ ਉਠਾ ਰਿਹਾ ਹੈਗਾ। ਉਹਨੂੰ ਹਾਊਸ ਅਰੈਸਟ ਵੀ ਇਹਨਾਂ ਨੇ ਕਾਫੀ ਚਿਰ ਰੱਖਿਆ। ਈਵਨ ਜਿਹੜੇ ਸਕੂਲ ਦੇ ਬੱਚੇ ਆ, ਜਦੋਂ ਇੱਕ ਫੰਕਸ਼ਨ ਦੇ ਵਿੱਚ ਲੈਫਟੀਨੈਂਟ ਗਵਰਨਰ ਆਇਆ ਤੇ ਸਕੂਲ ਦੇ ਬੱਚਿਆਂ ਨੇ ਉੱਥੇ ਡਿਮਾਂਡ ਰੱਖੀ ਕਿ ਸਾਡਾ ਜਿਹੜਾ 6th ਸਕੈਜੂਲ ਹੈਗਾ, ਜਿਹੜਾ ਕਿ ਆਰਟੀਕਲ 244 ਵਿੱਚ ਉਹਨਾਂ ਨੂੰ ਗਰੰਟੀ ਕਰਦਾ ਲਦਾਖ ਨੂੰ, ਕਿ ਉਹਦੇ ਬਾਰੇ ਉੱਥੇ ਉਹਨਾਂ ਨੇ ਨਾਅਰੇ ਲਾਏ ਕਿ ਵੀ ਵਾਂਟ 6th ਸਕੈਜੂਲ। ਉਸ ਕਰਕੇ ਉਹਨਾਂ ਨੂੰ ਪੁਲਿਸ ਨੇ ਬੱਚਿਆਂ ਨੂੰ ਡਿਟੇਨ ਕੀਤਾ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਇਸ ਤਰ੍ਹਾਂ ਦੇ ਹਾਲਾਤ ਹੁਣ ਉੱਥੇ ਇੱਕ ਲੇ ਏਪੈਕਸ ਬਾਡੀ ਬਣੀ ਹੈਗੀ ਆ, ਇੱਕ ਕਾਰਗਿਲ ਡੈਮੋਕ੍ਰੈਟਿਕ ਅਲਾਇੰਸ ਬਣਿਆ। 2 ਬਾਡੀਜ਼ ਨੇ, ਕਿਉਂਕਿ ਉੱਥੇ 2 ਮੁੱਖ ਸ਼ਹਿਰ ਨੇ, ਇੱਕ ਲੇ ਹੈਗਾ ਤੇ ਇੱਕ ਕਾਰਗਿਲ ਹੈਗਾ। ਤੇ ਇੱਕ ਪਾਸਿਓਂ ਪਾਕਿਸਤਾਨ ਨਾਲ ਉਹਨਾਂ ਦਾ ਬਾਰਡਰ ਲੱਗਦਾ, ਦੂਜੇ ਪਾਸੇ ਚਾਈਨਾ ਨਾਲ। ਬੜਾ ਸੈਂਸਿਟਿਵ ਏਰੀਆ ਹੈਗਾ, ਕਿਉਂਕਿ ਉੱਥੇ ਪਹਿਲੇ ਵੀ ਇੰਡੀਅਨ ਫੋਰਸਿਸ ਦਾ ਚਾਈਨੀਜ਼ ਦੇ ਨਾਲ ਬੜਾ ਵਾਇਲੈਂਟ ਕਲੈਸ਼ ਹੋਇਆ ਸੀਗਾ, ਜਿਹਦੇ ਵਿੱਚ 20 ਸੋਲਜਰਸ ਜਿਹੜੇ ਆ ਉਹ ਮਾਰੇ ਗਏ ਸੀਗੇ ਇੰਡੀਆ ਦੇ। ਉਹਦੇ ਚੋਂ ਮੋਸਟਲੀ ਬਹੁਤੇ ਸਿੱਖ ਹੀ ਸੋਲਜਰ ਸੀਗੇ। ਉਹ ਇਸ ਕਰਕੇ ਇਹ ਕਹਿ ਰਹੇ ਆ ਕਿ ਸਾਨੂੰ ਜਿਹੜੀ ਬਣਦੀ ਪ੍ਰੋਟੈਕਸ਼ਨ ਦਿੱਤੀ ਜਾਵੇ, ਤੇ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਇਹਦੇ ਤੇ ਸੈਂਟਰਲ ਗਵਰਨਮੈਂਟ ਐਕਟ ਕਰੇ। ਕਿਤੇ ਇਹ ਨਾ ਹੋਵੇ ਕਿ ਜਿਹੜਾ ਗੈਪ ਲਦਾਖੀ ਪੀਪਲਸ ਦਾ ਇੰਡੀਅਨ ਪੀਪਲ ਨਾਲ ਵੱਧ ਰਿਹਾ, ਇੰਡੀਅਨ ਗਵਰਨਮੈਂਟ ਨਾਲ, ਉਹ ਦਿਨ ਪਰ ਦਿਨ ਜਿਹੜਾ ਹੈਗਾ ਵਾਈਡਨ ਹੋ ਰਿਹਾ। ਇਸੇ ਤਰ੍ਹਾਂ ਦੇ ਇਸ਼ੂ ਜਿਹੜੇ ਨੇ ਉਹ ਮਣੀਪੁਰ ਵਿੱਚ ਉੱਠ ਰਹੇ ਨੇ, ਕਿਉਂਕਿ ਉੱਥੇ ਹੁਣ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਵਾਇਲੈਂਟ ਕਲੈਸ਼ਿਸ ਚੱਲ ਰਹੇ ਨੇ ਬਿਟਵੀਨ 2 ਟਰਾਈਬਲ ਗਰੁੱਪਸ। ਇੱਕ ਕੁਕੀ ਟਰਾਈਬਲ ਗਰੁੱਪ ਆ, ਇੱਕ ਮਤਈ ਟਰਾਈਬਲ ਗਰੁੱਪ ਹੈਗਾ। ਕਿਉਂਕਿ ਇੱਕ ਹਾਈ ਕੋਰਟ ਦਾ ਇਸ ਤਰ੍ਹਾਂ ਦਾ ਆਰਡਰ ਆਇਆ, ਜਿਹਨੇ ਕਿ ਸਪੈਸ਼ਲ ਸਟੇਟਸ ਮਤਈ ਟਰਾਈਬਲਸ ਨੂੰ ਦਿੱਤਾ ਹੈਗਾ, ਜਿਹਦਾ ਕਿ ਦੂਜੇ ਟਰਾਈਬਲ ਕਮਿਊਨਿਟੀ ਬਹੁਤ ਵਾਇਲੈਂਟਲੀ ਵਿਰੋਧ ਕਰ ਰਹੀ ਆ। ਤੇ ਹੁਣ ਇੰਡੀਅਨ ਗਵਰਨਮੈਂਟ ਨੇ ਉੱਥੇ ਐਕਸੈਸਿਵ ਆਰਮੀ ਫੋਰਸਿਸ ਨੂੰ ਪੁਸ਼ ਕੀਤਾ ਹੈਗਾ। ਈਵਨ ਇੰਡੀਅਨ 에ਅਰ ਫੋਰਸ ਉੱਥੋਂ ਦੇ ਏਰੀਅਲ ਸਰਵੇ ਕਰ ਰਹੀ ਹੈਗੀ ਆ, ਕਿਉਂਕਿ ਵਾਇਲੈਂਸ ਦੇ ਨਾਲ ਮਣੀਪੁਰ ਸਾਰਾ ਤੇ ਉਹਦੇ ਆਲੇ ਦੁਆਲੇ ਦੇ ਰੀਜਨਸ, ਭਾਵੇਂ ਨਾਗਾਲੈਂਡ ਆ, ਅਰੁਣਾਚਲ ਪ੍ਰਦੇਸ਼ ਆ, ਉਹਨਾਂ ਸਾਰਿਆਂ ਤੇ ਉਸ ਵਾਇਲੈਂਟ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹਦਾ ਉਹਨਾਂ ਤੇ ਇਫੈਕਟ ਪੈ ਰਿਹਾ ਹੈਗਾ। ਮੇਰੀ ਰਿਕੁਐਸਟ ਹੈ ਕਿ ਇੱਕ ਰਿਪੋਰਟ ਸਰ, US ਰਿਲੀਜੀਅਸ ਫਰੀडम ਦੀ ਰਿਪੋਰਟ, ਉਹ ਥੋੜੀ ਚਿੰਤਾਜਨਕ ਲੱਗਦੀ ਹੈ, ਕਿਉਂਕਿ ਰਿਲੀਜੀਅਸ ਫਰੀडम ਇੱਕ ਫੰਡਾਮੈਂਟਲ ਰਾਈਟ ਹੈ ਭਾਰਤ ਦੇ ਵਿੱਚ। ਔਰ ਜਦੋਂ ਯੂਨਾਈਟਿਡ ਸਟੇਟਸ ਦੀ ਉਹ ਰਿਲੀਜੀਅਸ ਫਰੀडम ਦੀ ਰਿਪੋਰਟ ਇੰਡੀਆ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਰੱਖੇ, ਤਾਂ ਉਹ ਜਿਹੜਾ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ, ਰਾਈਟ ਹੈ ਰਿਲੀਜੀਅਸ ਫਰੀडम ਦਾ, ਇੱਕ ਤਰ੍ਹਾਂ ਦੇ ਨਾਲ ਖਤਰੇ 'ਚ ਲੱਗਦਾ। ਔਰ ਰਿਲੀਜੀਅਸ ਸੈਂਟੀਮੈਂਟ ਫਿਰ ਲੋਕਾਂ ਦੇ ਜਦੋਂ ਹਰਟ ਹੁੰਦੇ ਆ ਤਾਂ ਫਿਰ ਗੱਲ ਹੋਰ ਪਾਸੇ ਨੂੰ ਵੱਧਦੀ ਆ। ਐਵੇਂ ਲੱਗਦਾ ਕਿ ਇੰਡੀਆ ਦੇ ਲਈ ਇਹ ਸੁਖਾਵੀਂ ਰਿਪੋਰਟ ਨਹੀਂ ਆ। ਇਹਨਾਂ ਉੱਥੇ ਇੰਡੀਪੈਂਡੈਂਟ ਕਾਂਗਰੈਸ਼ਨਲ ਬਾਡੀ ਹੈਗੀ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਤੇ ਉਹ ਹਰ ਸਾਲ ਆਪਣੀ ਐਨੂਅਲ ਰਿਪੋਰਟ ਜਿਹੜੀ ਆ US ਕਾਂਗਰਸ ਨੂੰ, ਉੱਥੋਂ ਦੀ ਪਾਰਲੀਮੈਂਟ ਨੂੰ ਸਬਮਿਟ ਕਰਦੀ ਆ, ਸਟੇਟ ਡਿਪਾਰਟਮੈਂਟ ਨੂੰ ਵੀ ਸਬਮਿਟ ਕਰਦੀ ਆ। ਤੇ ਉਹਨਾਂ ਨੇ ਆਹ ਚੌਥੀ ਵਾਰ ਆ ਲਗਾਤਾਰ ਇਨ 4 ਕੰਸੈਕਟਿਵ ਈਅਰਸ ਕਿ ਉਹਨਾਂ ਨੇ ਇਹਦੇ ਵਿੱਚ ਇੰਡੀਆ ਨੂੰ ਪੁਆਇੰਟ ਆਊਟ ਕੀਤਾ ਹੈਗਾ ਕਿ ਇੱਥੇ ਲਗਾਤਾਰ ਈਅਰ ਆਫਟਰ ਈਅਰ ਇੱਥੇ ਵਾਇਲੇਸ਼ਨਸ ਹੋ ਰਹੀਆਂ ਨੇ। ਤੇ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਇਹ ਅਪੀਲ ਕੀਤੀ ਹੈ ਇਸ ਰਿਪੋਰਟ ਦੇ ਰਾਹੀਂ ਕਿ ਇੰਡੀਅਨ ਗਵਰਨਮੈਂਟ ਦੇ ਆਫੀਸ਼ਲਸ
ਤੇ ਉਹਨਾਂ ਦੀਆਂ ਏਜੰਸੀਜ਼ ਤੇ ਸੈਂਕਸ਼ਨਸ US ਗਵਰਨਮੈਂਟ ਦਾ ਸਟੇਟ ਡਿਪਾਰਟਮੈਂਟ ਲਾਵੇ। ਉਹਨਾਂ ਦੀ ਹੀ ਰეკਮੈਂਡੇਸ਼ਨ ਤੇ 2005 ਦੇ ਵਿੱਚ ਆਫਟਰ 2000 ਜਿਹੜੀ ਕਾਰਨੇਜ ਗੁਜਰਾਤ 'ਚ ਹੋਈ ਸੀ, US ਦੀ ਸਟੇਟ ਡਿਪਾਰਟਮੈਂਟ ਨੇ ਜਿਹੜੀਆਂ USCIRF ਦੀਆਂ ਰੈਕਮੈਂਡੇਸ਼ਨਸ ਤੇ ਰਿਲੀਜੀਅਸ ਜਿਹੜੀ ਫਰੀडम ਬੋਡੀ ਆ, ਉਦੋਂ ਜਿਹੜੇ ਉਸ ਟਾਈਮ ਤੇ ਗੁਜਰਾਤ ਦੇ ਚੀਫ ਮਿਨਿਸਟਰ ਸੀ, ਜਿਹੜੇ ਕਿ ਹੁਣ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ, ਉਹਨਾਂ ਦਾ ਜਿਹੜਾ ਵੀਜ਼ਾ ਸੀਗਾ ਉਹਨੂੰ ਰਿਵੋਕ ਕਰਤਾ ਸੀ, ਉਹਨਾਂ ਦਾ ਪਾਸਪੋਰਟ ਵੀ ਰਿਵੋਕ ਕਰਤਾ ਸੀਗਾ, ਜਿਹੜਾ ਉਹਨਾਂ ਕੋਲੇ ਡਿਪਲੋਮੈਟਿਕ ਪਾਸਪੋਰਟ ਸੀ। ਤੇ ਉਹਨਾਂ ਦੀ ਐਂਟਰੀ ਜਾ ਕੇ ਖੁੱਲੀ ਹੈਗੀ 2014 'ਚ। ਉਹ ਵੀ ਇਹਨਾਂ ਨੂੰ ਇੱਕ ਟੈਂਪਰੇਰੀ ਇਮਿਊਨਿਟੀ ਦਿੱਤੀ ਹੋਈ ਆ US ਸਟੇਟ ਡਿਪਾਰਟਮੈਂਟ ਨੇ, ਕੋਈ ਪਰਮਾਨੈਂਟ ਕਲੀਨ ਚਿੱਟ ਨਹੀਂ ਦਿੱਤੀ, ਕਿਉਂਕਿ ਉਹਨਾਂ ਦਾ ਇਹ ਖਿਆਲ ਸੀਗਾ ਜਿਹੜੀ ਯੂਨਾਈਟਿਡ ਸਟੇਟਸ ਦੀ ਕਮਿਸ਼ਨ ਆ ਕਿ ਇਹਨਾਂ ਦੀ ਗਵਰਨਮੈਂਟ ਦੇ ਟਾਈਮ ਤੇ ਹੀ ਜੋ ਮੁਸਲਿਮ ਕਾਰਨੇਜ ਹੋਈ ਆ 2002 ਵਿੱਚ, ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਸੀਗੀ। ਸੋ ਉਸ ਕਰਕੇ ਇਹਨਾਂ ਦੀਆਂ ਜਿਹੜੀਆਂ ਰੈਕਮੈਂਡੇਸ਼ਨਸ ਹੁੰਦੀਆਂ ਨੇ, ਯੂਨਾਈਟਿਡ ਸਟੇਟਸ ਦੀ ਜਿਹੜੀ ਇੰਡੀਪੈਂਡੈਂਟ ਕੰਗਰੈਸ਼ਨਲ ਬੋਡੀ ਹੈਗੀ ਆ, ਉਹਦਾ ਇੱਕ ਬਹੁਤ ਵੇਟ ਆ। ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇੰਡੀਆ ਨੂੰ ਡੈਜ਼ਿਗਨੇਟ ਕਰੇ US ਸਟੇਟ ਡਿਪਾਰਟਮੈਂਟ ਕਿ ਇੰਡੀਆ ਇਜ਼ ਏ ਕੰਟਰੀ ਆਫ ਪਰਟੀਕੂਲਰ ਕੰਸਰਨ, ਤੇ ਜਿਹਦੇ ਬਾਰੇ ਇਹਨਾਂ ਨੂੰ ਸਟੈਪਸ ਚੱਕਣੇ ਚਾਹੀਦੇ ਆ US ਸਟੇਟ ਡਿਪਾਰਟਮੈਂਟ ਨੂੰ, ਤਾਂ ਕਿ ਇਹਨਾਂ ਤੇ ਪ੍ਰੈਸ਼ਰ ਬਿਲਡ ਅਪ ਹੋਵੇ। ਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਮਾਈਨੋਰਟੀਜ਼ ਨੇ, ਚਾਹੇ ਉਹ ਮੁਸਲਿਮ ਨੇ, ਚਾਹੇ ਕ੍ਰਿਸਚਨਸ ਨੇ, ਚਾਹੇ ਦਲਿਤਸ ਨੇ ਤੇ ਚਾਹੇ ਸਿੱਖਸ ਨੇ, ਇੱਕ ਅੰਡਰ ਇਸੇ ਤਰ੍ਹਾਂ ਟਰਾਈਬਲਸ ਨੇ, ਦੇ ਆਰ under constant threat from the majoritarian tendencies in the Indian politics। ਤੇ ਉਹਨਾਂ ਨੇ ਕਿਹਾ ਵੀ ਇਹ ਸੇਫਗਾਰਡ ਦੇ ਲਈ ਇਹ ਜ਼ਰੂਰੀ ਆ ਕਿ ਜਿਹੜੀਆਂ ਅਸੀਂ ਰੈਕਮੈਂਡ ਕੀਤੀਆਂ ਨੇ ਉਹ ਸੈਂਕਸ਼ਨਸ ਜਿਹੜੀਆਂ ਨੇ ਇੰਡੀਆ ਦੇ ਖਿਲਾਫ ਲਾਈਆਂ ਜਾਣ। ਪਰ ਕਿਉਂਕਿ ਇਸ ਟਾਈਮ ਤੇ US ਦਾ ਬੜਾ ਵੱਡੇ ਲੈਵਲ ਤੇ ਕਨਫਲਿਕਟ ਚੱਲ ਰਿਹਾ ਹੈਗਾ ਰਸ਼ੀਆ ਦੇ ਨਾਲ, ਇਸੇ ਤਰ੍ਹਾਂ ਚਾਈਨਾ ਦੇ ਨਾਲ, ਸੋ ਇਸ ਕਰਕੇ ਉਹ ਇੰਡੀਆ ਨੂੰ ਇੱਕ ਸਟ੍ਰੈਟਜਿਕ ਐਲਾਈ ਵਾਂਗੂ ਵਰਤ ਰਹੇ ਨੇ। ਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਖਾਮੀਆਂ ਨੇ, ਚਾਹੇ ਹਿਊਮਨ ਰਾਈਟਸ ਦੀਆਂ ਨੇ, ਚਾਹੇ ਪ੍ਰੈਸ ਫਰੀडम ਦੀਆਂ ਨੇ, ਉਹਨਾਂ ਦੀ ਉਹ ਅਣਦੇਖੀ ਕਰ ਰਹੇ ਨੇ। ਪਰ ਇਹ ਆ ਕਿ ਇਹ ਜਿਹੜੀ ਤਲਵਾਰ ਆ, ਇਹ ਇੰਡੀਅਨ ਗਵਰਨਮੈਂਟ ਦੇ ਅਕਸ ਤੇ ਸਦਾ ਹੀ ਲਮਕਦੀ ਰਹੂਗੀ, ਤੇ ਇਹਨਾਂ ਦੀ ਜਿਹੜੀ ਵਰਲਡ ਵਾਈਡ ਇਮੇਜ ਦੀ ਪਰਸੈਪਸ਼ਨ ਆ, ਉਹ ਟਾਈਮ ਆਫਟਰ ਟਾਈਮ ਉਹ ਡਿਪਲੀਟ ਹੋ ਰਹੀ ਆ, ਤੇ ਇਮੇਜ ਨੂੰ ਇੰਡੀਆ ਦੀ ਨੂੰ ਬਹੁਤ ਵੱਡੀ ਸੱਟ ਵੱਜ ਰਹੀ। ਜੀ ਕੁਕੀ ਜੀ, ਆਪਾਂ ਦਰਸ਼ਕਾਂ ਦੇ ਸਮੇਂ ਨੂੰ ਧਿਆਨ ਰੱਖਦੇ ਹੋਏ ਅੱਜ ਦੇ ਪ੍ਰੋਗਰਾਮ ਨੂੰ ਮੈਨੂੰ ਲੱਗਦਾ ਇੱਥੇ ਸਮਾਪਤ ਕਰਦੇ ਹਾਂ, ਅੱਜ ਲਈ ਸਮੇਟਦੇ ਹਾਂ ਜੀ। ਸੀ ਯੂ ਨੈਕਸਟ ਵੀਕਐਂਡ। ਐਂਡ ਤੁਹਾਡਾ ਬਹੁਤ ਧੰਨਵਾਦ ਕੁਕੀ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਆਪਣਾ ਸਮਾਂ ਕੱਢਿਆ। ਥੈਂਕ ਯੂ ਜੀ। ਥੈਂਕ ਯੂ।